ਜਿਹੜਾ ਮੇਰੇ ਪਾਪਾ ਨੇ ਫਾਈਟ ਕਰ ਰਹੇ ਸੀਗੇ ਹੈ ਨਾ ਉਹਦੀ ਬਿਮਾਰੀ ਦੇ ਨਾਲ। ਜੀ ਜੀ। ਤੇ ਉਹਨਾਂ ਦਾ ਸਾਨੂੰ ਉਹ ਵੀ ਦਿਸ ਰਿਹਾ ਸੀ ਕਿ ਕਿੰਨੇ ਸਟਰੋਂਗ, ਇਹਨਾਂ ਨੂੰ ਪਤਾ ਵੀ ਸੀ ਵੀ ਇਹ ਚੋਂ ਨਿਕਲਣਾ ਔਖਾ ਹੈ। ਜਿਹੜੇ ਸੀਰੀਅਸ ਪੇਸ਼ੈਂਟ ਹੁੰਦੇ ਸੀ ਕਈ ਵਾਰੀ ਉਹਨਾਂ ਦੀ ਡੈਥ ਹੁੰਦੇ ਵੀ ਦੇਖੀ। ਤੇ ਅਸੀਂ ਆਪਦੇ ਪਾਪਾ ਦੇ ਅੱਗੇ ਨਾ ਐਂ ਕੰਧ ਬਣ ਕੇ ਖੜ ਜਾਂਦੇ ਕਿ ਉਹ ਦੇਖ ਨਾ ਲੈਣ ਉਹਨੂੰ ਵੀ ਕੀ ਹੋ ਗਿਆ। ਇਹ ਟੇਬਲ ਹੈਗਾ, ਪਤਾ ਤੁਹਾਨੂੰ ਤਾਂ ਪਤਾ ਹੀ ਹੋਗਾ ਕਿੰਨਾ ਪੁਰਾਣਾ ਹੈਗਾ। ਕਿਸ ਹਾਂ, ਇਹ 1930s ਦਾ ਹੈ, 1930 ਦਾ ਬੰਬੇ ਤੋਂ ਲਿਆ ਸੀਗਾ। ਓਕੇ। ਵਾਲਨਟ ਦਾ ਇਹ ਗੀਜ਼ਰ ਹੈ। ਹਾਂ, ਇਹ ਪੁਰਾਣੇ ਟਾਈਮ ਦਾ ਗੀਜ਼ਰ, ਪੁਰਾਣੇ ਸਮੇਂ ਦੇ ਗੀਜ਼ਰ। ਦੇਖੋ ਕਿਹੜੀਆਂ ਚੀਜ਼ਾਂ ਕਿਵੇਂ ਕਿਸੇ ਸਮੇਂ ਵੇਖੋ ਕਿੰਨੀਆਂ ਹੈਵੀ ਚੀਜ਼ਾਂ ਹੁੰਦੀਆਂ ਸੀ, ਥੱਲੇ ਟੂਟੀ ਲੱਗੀ ਹੋਈ ਹੈ। ਤਾਂ ਇਹਦੇ ਵਿੱਚ ਕੋਲਰ ਪਾਏ ਜਾਂਦੇ ਸੀਗੇ ਜੀ ਜੀ, ਤੇ ਅੱਗ ਬਾਲੀ ਜਾਂਦੀ ਸੀ ਜੀ ਜੀ। ਇੱਥੇ ਪਾਣੀ ਹੁੰਦਾ ਸੀਗਾ। ਅੱਛਾ ਜੀ, ਅੱਛਾ। ਇਹਦੇ 'ਚ ਕੋਲਾ ਪੈ ਜਾਂਦਾ ਸੀ, ਕੋਲਾ ਪਾ ਕੇ ਮਤਲਬ ਬਾਲ ਕੇ ਵਿੱਚ ਕੋਲਾ ਸੁੱਟ ਦਿੰਦੇ ਸੀ। ਹਾਂ, ਇੱਥੇ ਅੱਗ ਮੱਚਦੀ ਰਹਿੰਦੀ ਤੇ ਪਾਣੀ ਗਰਮ ਹੋ ਜਾਂਦਾ। ਇੱਥੇ ਟੈਪ ਲੱਗੀ ਆ, ਫਿਰ ਆਹ ਪਾਣੀ ਟੂਟੀ ਨਾਲ। ਸਹੀ ਹੈ। ਸਾਰੀ ਤੁਹਾਡੀ ਜਿਹੜੀ ਫੈਮਿਲੀ ਹੈਗੀਆਂ ਨੇ ਅੱਗੇ ਦੇ ਅੱਗੇ ਉਹਨਾਂ ਨੂੰ ਸ਼ੌਂਕ ਹੈਗੇ ਨੇ ਇਹਨਾਂ ਚੀਜ਼ਾਂ ਦੇ। ਸ਼ੌਂਕ ਵੀ ਹੈ ਤੇ ਜਿਗਰਾ ਵੀ ਹੋਣਾ ਚਾਹੀਦਾ ਦੇਣ ਵਾਲੇ ਦਾ। ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਅੱਜ ਅਸੀਂ ਤੁਹਾਨੂੰ ਅਜਿਹੇ ਵਿਰਸੇ ਨਾਲ ਮਿਲਾਉਣ ਜਾ ਰਹੇ ਹਾਂ। ਅਜਿਹਾ ਵਿਰਸਾ ਤੁਹਾਨੂੰ ਦਿਖਾਵਾਂਗੇ ਜਿਹੜਾ ਵਿਰਸਾ ਸਾਡੇ ਬਜ਼ੁਰਗਾਂ, ਸਾਡੇ ਪਿਛੋਕੜ ਦੇ ਵਿੱਚ ਅਸੀਂ ਭੁੱਲ ਚੁੱਕੇ ਹਾਂ। ਪਰ ਇੱਕ ਵਿਰਸੇ ਦੇ ਨਾਲ ਜੁੜੀ ਇੱਕ ਅਜਿਹੀ ਮਿਸਾਲ, ਅਜਿਹੀ ਕਹਾਣੀ ਦੇ ਨਾਲ ਹੀ ਰੂਬਰੂ ਕਰਾਵਾਂਗੇ ਜਿਹੜੀ ਕਿ ਅਜਿਹੀ ਬਿਮਾਰੀ ਅਸੀਂ ਜਿਹੜੀ ਉਸ ਤੋਂ ਬਾਅਦ ਕਈ ਵਾਰੀ ਅਸੀਂ ਆਪਣਾ ਹੌਸਲਾ ਛੱਡ ਜਾਂਦੇ ਹਾਂ। ਕਈ ਵਾਰੀ ਸਾਡੇ ਸਰੀਰ ਦੇ ਨਾਲ ਕੋਈ ਬਿਮਾਰੀ ਜੁੜ ਜਾਂਦੀ ਤਾਂ ਅਸੀਂ ਸੋਚਦੇ ਹਾਂ ਕਿ ਹੁਣ ਇਸ ਬਿਮਾਰੀ ਤੋਂ ਉੱਪਰ ਉੱਠਣਾ ਬਹੁਤ ਮੁਸ਼ਕਲ ਹੋ ਜਾਂਦਾ। ਸਾਡੇ ਪਿੱਛੇ ਤੁਸੀਂ ਵਿਰਸਾ ਦੇਖ ਰਹੇ ਹੋ, ਪਰ ਵਿਰਸੇ ਦੇ ਨਾਲ ਜੋ ਕਹਾਣੀ ਜੁੜੀ ਹੋਈ ਹੈ, ਜਿਸ ਨੂੰ ਬਿਮਾਰੀ ਨੂੰ ਪਿੱਛੇ ਛੱਡ ਕੇ ਆਪਣੇ ਆਪ ਨੂੰ ਇੰਨਾ ਕੁ ਸਟੈਬਲਿਸ਼ ਕੀਤਾ, 골ਡ ਮੈਡਲ ਤੱਕ ਜਿਹੜੇ ਕਿ ਦੇਸ਼ ਵਾਸਤੇ ਜਿੱਤੇ ਨੇ। ਅੱਜ ਤੁਹਾਨੂੰ ਅਸੀਂ ਮਿਲਾਉਂਦੇ ਹਾਂ ਉਪਿੰਦਰ ਕੌਰ ਸ਼ੇਖੋ ਜੀ ਨਾਲ, ਜਿਹੜੇ ਕਿ ਅਜਿਹੀ ਸ਼ਖਸੀਅਤ ਹੈਗੇ ਨੇ ਜਿਨ੍ਹਾਂ ਦਾ ਨਾਮ ਦੂਰ ਦੂਰ ਤੱਕ ਅੱਜ ਅਖਬਾਰਾਂ ਦੇ ਵਿੱਚ ਚਰਚੇ ਨੇ। ਚਾਹੇ ਅਸੀਂ ਪੰਜਾਬ, ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਉਪਿੰਦਰ ਕੌਰ ਜਿਹੜੇ ਸ਼ੇਖੋ ਨੂੰ ਜਾਣਿਆ ਜਾਂਦਾ ਹੈ। ਸੋ ਅਸੀਂ ਅੱਜ ਉਹਨਾਂ ਨਾਲ ਮੁਲਾਕਾਤ ਕਰਨ ਪਹੁੰਚੇ ਤੇ ਉਹਨਾਂ ਦੇ ਜਜ਼ਬੇ ਦੀ ਵੀ ਗੱਲ ਕਰਾਂਗੇ, ਜਿਸ ਜਜ਼ਬੇ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਢਾਲਿਆ ਤੇ ਆਪਣੇ ਆਪ ਨੂੰ ਜਿਹੜਾ ਉਸ ਲੜਾਈ, ਜਿਹੜੀ ਸਰੀਰਕ ਲੜਾਈ ਹੁੰਦੀ ਹੈ, ਉਸ ਨੂੰ ਲੜ ਕੇ ਕਾਮਯਾਬੀ ਪ੍ਰਾਪਤ ਕੀਤੀ। ਸਾਡੇ ਨਾਲ ਉਪਿੰਦਰ ਕੌਰ ਸ਼ੇਖੋ ਜੀ ਹੈਗੇ ਨੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਹਮਦਰਦ ਟੀਵੀ ਤੇ ਜੀ। ਹੋਰ ਸੁਣਾਓ, ਠੀਕ ਠਾਕ ਜੀ? ਹਾਂ, ਵਧੀਆ। ਸਭ ਤੋਂ ਪਹਿਲਾਂ ਤਾਂ ਅਸੀਂ ਜੋ ਜ਼ਿਕਰ ਕੀਤਾ, ਕਿਉਂਕਿ ਅਸੀਂ ਵਿਰਸੇ ਦੇ ਬੈਠ ਕੇ ਗੱਲਾਂ ਕੀਤੀਆਂ, ਪਰ ਜੋ ਅਸੀਂ ਤੁਹਾਡੀ ਜ਼ਿੰਦਗੀ ਦੀ ਕਹਾਣੀ ਹੈਗੀ, ਕਿਉਂਕਿ ਤੁਸੀਂ 골ਡ ਮੈਡਲਿਸਟ ਹੈਗੇ ਹੋ, ਤੁਹਾਡੇ ਤੇ ਮਾਣ ਹੈਗਾ। ਕਿਉਂਕਿ ਇੱਕ ਸਰੀਰ ਨੂੰ ਅਸੀਂ ਕੋਈ ਵੀ ਲੜਾਈ ਦੀ ਗੱਲ ਕਰੀਏ, ਚਾਹੇ ਸਰੀਰ ਦੀ ਲੜਾਈ ਹੋਵੇ ਚਾਹੇ ਕਿਤੇ ਵੀ, ਜੇਕਰ ਅਸੀਂ ਹੌਸਲਾ ਨਹੀਂ ਛੱਡਦੇ ਤਾਂ ਉਹ ਲੜਾਈ 'ਚ ਅਸੀਂ ਜ਼ਰੂਰ ਅਸਫਲ ਹੁੰਦੇ ਹਾਂ। ਅਸੀਂ ਜਾਣਨਾ ਚਾਹਾਂਗੇ ਤੁਹਾਡੇ ਜਿਹੜੀ ਜ਼ਿੰਦਗੀ ਦੀ ਕਹਾਣੀ ਹੈਗੀ ਜੀ। ਸ਼ੋਰ ਜੀ ਜੀ, ਮੋਸਟ ਵੈਲਕਮ। ਬਿਲਕੁਲ, ਤੁਸੀਂ ਇੱਥੇ ਹੀ ਆਪਾਂ ਗੱਲਬਾਤ ਕਰਦੇ ਹਾਂ, ਨਾਲੇ ਵਿਰਸਾ ਦਾ ਦੇਖਦੇ ਹਾਂ ਸਾਰਾ। ਓਕੇ, ਤੁਸੀਂ ਆਪਣੇ ਬਾਰੇ ਦੱਸੋ, ਜੋ ਤੁਸੀਂ ਜ਼ਿੰਦਗੀ 'ਚ ਅਚੀਵ ਕੀਤਾ, ਕਿੱਥੋਂ ਆਪਣੀ ਜ਼ਿੰਦਗੀ ਦੀ ਕਹਾਣੀ ਜਿਹੜੀ ਸ਼ੁਰੂ ਹੋਈ? ਮੈਂ ਵੈਸੇ ਬਠਿੰਡੇ ਨੂੰ ਬਿਲੋਂਗ ਕਰਦੀ ਹਾਂ ਜੀ ਜੀ। ਤੇ ਮੇਰੀ ਸਕੂਲਿੰਗ ਤੇ ਮੇਰੇ ਕਾਲਜ ਜੀ ਜੀ ਉਹ ਬਠਿੰਡੇ ਹੀ ਸੀਗਾ। ਸੇਂਟ ਜੋਸਫ ਕਨਵੈਂਟ ਸਕੂਲ ਬਠਿੰਡਾ, ਫਿਰ ਰਜਿੰਦਰਾ ਕਾਲਜ ਬਠਿੰਡਾ। ਤੇ ਉਸ ਤੋਂ ਬਾਅਦ ਮੈਂ ਐਮਏ ਪੰਜਾਬ ਯੂਨੀਵਰਸਿਟੀ ਕੀਤੀ। ਜੀ ਜੀ ਜੀ। ਤੇ ਜਿਹੜੀ ਪਲੇਅਰ ਦੀ ਗੱਲ ਆ, ਉਹ ਮੈਂ ਬਚਪਨ ਤੋਂ ਹੀ ਪਲੇਅਰ ਸੀਗੀ, ਜਿਵੇਂ ਸਪ੍ਰਿੰਟਰ ਸੀਗੀ, ਜੀ ਜੀ, ਥਰੋਅਰ ਸੀ। ਫਿਰ ਮੈਂ ਯੂਨੀਵਰਸਿਟੀ ਐਮਏ ਇੰਗਲਿਸ਼ ਕੀਤੀ ਤੇ ਕਰਦੇ ਕਰਦੇ ਮੈਂ 2 ਸਾਲ ਇੱਥੇ ਬੈਸਟ ਐਥਲੀਟ ਵੀ ਰਹੀ ਹਾਂ ਪੰਜਾਬ ਯੂਨੀਵਰਸਿਟੀ। ਜੀ ਜੀ। ਫਿਰ ਉਸ ਤੋਂ ਬਾਅਦ ਮੈਂ ਲਾਅ ਕੀਤਾ ਪਟਿਆਲੇ। ਜੀ ਜੀ। ਉੱਥੇ ਵੀ ਮੈਂ ਬੈਸਟ ਐਥਲੀਟ ਰਹੀ। ਜੀ ਜੀ। ਤੇ ਐਲਐਲਬੀ ਮੈਂ ਪ੍ਰੋਫੈਸ਼ਨਲੀ ਡਿਗਰੀ ਆਪਣੀ ਲੈ ਕੇ ਤੇ 86 ਮੈਂ ਲਾਅ ਕੰਪਲੀਟ ਹੋ ਗਿਆ ਸੀਗਾ, ਲਾਇਸੈਂਸ ਲੈ ਲਿਆ। ਜੀ ਜੀ। 87 ਵਿੱਚ ਮੇਰੀ ਮੈਰਿਜ ਹੋ ਗਈ ਪਟਿਆਲੇ। ਜੀ ਜੀ। ਹਾਂਜੀ। ਅਸੀਂ ਤੁਹਾਨੂੰ ਵਿਰਸਾ ਵੀ ਦਿਖਾਵਾਂਗੇ, ਉਹ ਵਿਰਸਾ ਦਿਖਾਵਾਂਗੇ ਐਂਟੀਕ ਵਿਰਸਾ, ਜਿਹੜਾ ਅਸੀਂ ਸ਼ਾਇਦ ਪੁਸ਼ਤਾਂ ਜਿਹੜੀਆਂ ਹੁਣ ਦੀ ਜਨਰੇਸ਼ਨ ਹੈਗੀ ਉਹਨਾਂ ਨੇ ਨਹੀਂ ਦੇਖਿਆ ਹੋਣਾ, ਪਰ ਉਪਿੰਦਰ ਕੌਰ ਸ਼ੇਖੋ ਜਿਨ੍ਹਾਂ ਨੇ ਘਰ 'ਚ ਸਾਰਾ ਵਿਰਸਾ ਵੀ ਜੋੜਿਆ ਹੋਇਆ ਹੈ। ਉਪਿੰਦਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਉਹ ਸਮਾਂ ਜਾਣਨਾ ਚਾਹਾਂਗੇ ਜਿਹੜੇ ਸਮੇਂ 'ਚ ਤੁਸੀਂ ਲੰਘੇ। ਇੰਨੀ ਵੱਡੀ ਜਿਹੜੀ ਮੁਸੀਬਤ ਹੁੰਦੀ ਹੈ, ਉਸ ਤੋਂ ਬਾਅਦ ਉਸ ਨਾਲ ਲੜਨਾ, ਪਰ ਫਿਰ ਵੀ ਆਪਣੇ ਆਪ ਨੂੰ ਐਥਲੀਟ ਦੇ ਵਿੱਚ ਜਿਹੜਾ ਫਿਰ ਬਦਲ ਕੇ ਉੱਥੇ ਹੀ ਲਿਆ ਕੇ ਖੜੇ ਕਰ ਦੇਣਾ, ਉਹ ਕਹਾਣੀ ਅਸੀਂ ਜਾਣਨਾ ਚਾਹੁੰਦੇ ਹਾਂ। ਸਾਡੇ ਲਈ 2000 ਜਿਹੜਾ ਸੀਗਾ ਸਾਲ, ਉਹ ਬਹੁਤ ਮਾੜਾ ਸੀਗਾ। ਬਿਕੋਜ਼ ਜਨਵਰੀ ਐਂਡ ਦੇ ਵਿੱਚ ਪਾਪਾ ਨੂੰ ਪੈਂਕਰੀਅਸ ਦੀ ਪ੍ਰੋਬਲਮ ਆਈ ਤੇ ਫਿਰ ਉਹਨਾਂ ਨੂੰ ਅਸੀਂ ਪੀਜੀਆਈ 'ਚ ਐਡਮਿਟ ਕੀਤਾ ਤੇ ਪੌਣੇ 7 ਮਹੀਨੇ ਉਹ ਪੀਜੀਆਈ 'ਚ ਰਹੇ। ਜਿਹੜਾ ਉਹ ਟਾਈਮ ਸੀ
ਜਿਹੜਾ ਮੇਰੇ ਪਾਪਾ ਨੇ ਫਾਈਟ ਕਰ ਰਹੇ ਸੀਗੇ ਹਨਾ ਉਹਦੀ ਬਿਮਾਰੀ ਦੇ ਨਾਲ ਜੀ ਜੀ ਤੇ ਉਹਨਾਂ ਦਾ ਸਾਨੂੰ ਉਹ ਵੀ ਦਿਸ ਰਿਹਾ ਸੀ ਕਿ ਕਿੰਨੇ ਸਟਰੋਂਗ, ਇਹਨਾਂ ਨੂੰ ਪਤਾ ਵੀ ਸੀ ਵੀ ਇਹ ਚੋਂ ਨਿਕਲਣਾ ਔਖਾ ਹੈ। ਬਟ ਜਦੋਂ ਵੀ ਡਾਕਟਰ ਉਹਨਾਂ ਨੂੰ ਚੈੱਕ ਕਰਨ ਆਉਂਦੇ ਸੀ ਉਹਨਾਂ ਨੇ ਕਦੇ ਇਹ ਨਹੀਂ ਆਏ ਕਿਹਾ ਵੀ ਮਤਲਬ ਹੱਸ ਕੇ, ਜੇ ਡਾਕਟਰ ਨੇ ਪੁੱਛਣਾ ਕਿਵੇਂ ਕਹਿਣਗੇ ਠੀਕ ਹੈ। ਜੀ ਜੀ ਉਹ ਟਾਈਮ ਸਾਡੇ ਲਈ ਇੱਕ ਹੈਲ ਵਰਗਾ ਸੀਗਾ ਬਿਕੋਜ਼ ਕਿੰਨੇ ਵਾਰ ਉਹ ਆਈਸੀਯੂ ਚੋਂ ਗਏ, ਕੋਮਾ ਚ ਗਏ, ਫਿਰ ਵਾਪਸ ਆਏ। ਆਈਸੀਯੂ ਜਦੋਂ ਹੁੰਦੇ ਸੀ ਤਾਂ ਅਸੀਂ ਨਾ ਜਿਹੜੇ ਸੀਰੀਅਸ ਪੇਸ਼ੈਂਟ ਹੁੰਦੇ ਸੀ ਕਈ ਵਾਰੀ ਉਹਨਾਂ ਦੀ ਡੈਥ ਹੁੰਦੇ ਵੀ ਦੇਖੀ ਤੇ ਅਸੀਂ ਆਪਦੇ ਪਾਪਾ ਦੇ ਅੱਗੇ ਨਾ ਐ ਕੰਧ ਬਣ ਕੇ ਖੜ ਜਾਂਦੇ ਕਿ ਉਹ ਦੇਖ ਨਾ ਲੈਣ ਉਹਨੂੰ ਵੀ ਕੀ ਹੋ ਗਿਆ, ਤੇ ਅਸੀਂ ਹਮੇਸ਼ਾ ਉਹਨਾਂ ਨੂੰ ਪ੍ਰੋਟੈਕਟ ਕਰਨਾ। ਤੇ ਵੈਸੇ ਵੀ ਅਸੀਂ ਤਿਆਰ ਤੁਰ ਹੋ ਕੇ ਜਾਂਦੇ ਕਿ ਉਹਨਾਂ ਨੂੰ ਐ ਨਾ ਲੱਗੇ ਵੀ ਅਸੀਂ ਸੀਰੀਅਸ ਹਾਂ। ਅੱਛਾ ਜੀ। ਘਰੇ ਅਸੀਂ ਆਪਦਾ ਰੋ ਕੇ ਤੇ ਉੱਥੇ ਬਰੇਵ ਫੇਸ ਕਰਨਾ। ਇੱਕ ਟੋਕਰਾ ਜਿਹੜੀ ਧੀ ਹੁੰਦੀ ਉਸ ਦਾ ਬਾਪ ਨਾਲ ਕੋਈ ਜ਼ਿਆਦਾ ਹੁੰਦਾ ਹੈ ਕਿ ਵੈਸੇ ਅਸੀਂ ਸੁਣਦੇ ਆ ਕਹਿੰਦੇ ਨੇ ਬਾਪ ਨਾਲ ਜ਼ਿਆਦਾ ਪਿਆਰ ਹੁੰਦਾ, ਲਗਾਵ ਹੁੰਦਾ ਹੈ? ਅਪਿੰਦਰ ਜੀ, ਇਹ ਗੱਲ ਸੱਚਾਈ ਹੈਗੀ ਇਸ ਚੀਜ਼ 'ਚ? ਮੈਂ ਬਹੁਤ ਕਲੋਜ਼ ਸੀਗੀ ਜੀ ਜੀ। ਜੇ ਮੈਨੂੰ ਪਲੇਅਰ ਬਣਾਇਆ ਤਾਂ ਉਹਨਾਂ ਨੇ ਬਣਾਇਆ। ਅੱਛਾ ਜੀ। ਤੇ ਆਪ ਮੈਨੂੰ ਗਰਾਊਂਡ 'ਚ ਲੈ ਕੇ ਜਾਂਦੇ। ਜੀ ਜੀ। ਤੇ ਉਹ ਇਫੈਕਟ ਮੇਰੇ ਤੇ ਹੋ ਰਿਹਾ ਸੀ। ਜੀ ਜੀ। ਮੇਰੀ ਕਹਿ ਲਓ ਇੱਕ ਜਿਹੜੀ ਅੱਗੇ ਜਿਹੜੀ ਤੁਹਾਨੂੰ ਗੱਲ ਦੱਸਣੀ ਹੈ ਕਿ 31 ਅਗਸਤ ਨੂੰ ਪਾਪਾ ਐਕਸਪਾਇਰ ਕਰ ਗਏ। ਜੀ ਜੀ। ਤੇ ਉਹਨਾਂ ਦੇ 3 ਦਿਨਾਂ ਬਾਅਦ ਮੈਂ ਬੇਹੋਸ਼ ਹੋ ਕੇ ਡਿੱਗ ਪਈ। ਅੱਛਾ, ਡਿੱਗ ਗਏ ਤੇ ਕੌਨਸ਼ੀਅਸ ਆਪਣੀ ਹੈ ਨਾ ਵੀ ਖੋ ਗਈ। ਜੀ ਜੀ। ਤੇ ਜਦੋਂ ਮੈਂ ਉੱਠੀ ਤਾਂ ਉਹਨਾਂ ਨੂੰ ਲੱਭ ਰਹੀ ਸੀ। ਜੀ। ਫਿਰ ਡਾਕਟਰ ਦੇ ਲੈ ਕੇ ਗਏ, ਆਈ ਵਾਲਿਆਂ ਨੇ ਦੱਸਤਾ ਕਿ ਇਹਨੂੰ ਬ੍ਰੇਨ ਟਿਊਮਰ ਹੈ। ਅੱਛਾ ਜੀ। ਤੇ ਫਿਰ ਅਸੀਂ ਆਪਣਾ ਮਤਲਬ ਇੱਕਦਮ ਹੀ ਘਰ 'ਚ ਸੰਕਟ, ਬਾਪ ਦੇ ਹਾਲੇ ਤਾਂ ਜਿਹੜਾ ਦੁੱਖ ਹੁੰਦਾ ਉਸ ਤੋਂ ਬਾਅਦ ਹੀ ਤੀਸਰੇ ਦਿਨ ਹੀ ਆਏ। ਤੇ ਫਿਰ ਮੇਰਾ ਉਹ ਕਰਾਇਆ, ਸਕੈਨ ਕਰਾਇਆ ਸਿਰ ਦਾ ਲੁਧਿਆਣੇ ਜਾ ਕੇ, ਤਾਂ ਪਤਾ ਲੱਗਿਆ ਵੀ ਉਹ ਤਾਂ ਬਹੁਤ ਬਿਗ ਹੈ, ਪੋਟੈਟੋ ਸਾਈਜ਼ ਹੈ। ਫਿਰ ਪਾਪਾ ਦੇ ਭੋਗ ਤੋਂ ਬਾਅਦ ਇਮੀਡੀਏਟਲੀ ਮੇਰੇ ਹਸਬੈਂਡ ਨੇ ਸਾਨੂੰ ਫਿਰ ਅਮਰੀਕਾ ਬੁਲਾ ਲਿਆ ਸਰਜਰੀ ਲਈ ਬਿਕੋਜ਼ ਇੰਨਾ ਰਿਸਕੀ ਕੰਮ ਸੀਗਾ। ਬੇਟਾ ਤਾਂ ਮੇਰਾ 6 ਇਅਰਸ ਦਾ ਸੀ ਤੇ 9 ਸਾਲ ਦੀ ਬੇਟੀ ਸੀ। ਫਿਰ ਅਸੀਂ ਅਮਰੀਕਾ ਜਦੋਂ ਗਏ ਤੇ ਮੇਰੇ 'ਚ ਹਿੰਮਤ ਵੀ ਨਹੀਂ ਸੀਗੀ ਕਹਿ ਲਓ ਚੱਲਣ ਦੀ ਵੀ। ਬਿਲਕੁਲ। ਤੇ ਬੱਚਿਆਂ ਨੂੰ ਫੜ ਕੇ ਤੇ ਲੈ ਗਏ। ਉੱਥੇ ਜਾ ਕੇ ਮੇਰੀ ਹੋਰ ਹਾਲਤ ਖਰਾਬ ਹੋ ਗਈ ਬਿਕੋਜ਼ ਦਵਾਈਆਂ ਕੋਈ ਰਿਐਕਸ਼ਨ ਕਰ ਗਈਆਂ, ਕੋਈ ਕੁਛ, ਮਤਲਬ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ। ਤੇ ਜਦੋਂ ਨਿਊਯਾਰਕ, ਮੈਂ ਨਿਊ ਜਰਸੀ ਜਾ ਕੇ ਜਿਹੜੇ ਡਾਕਟਰ ਨੇ ਮੇਰੀ ਸਰਜਰੀ ਕਰਨੀ ਸੀ ਤੇ ਉਹ ਮੈਨੂੰ ਮਿਲਿਆ। ਜੀ ਜੀ। ਤੇ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਤਾਂ, ਮੈਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਕਿਵੇਂ ਹੋਣਾ ਹੈ ਨਾ, ਬ੍ਰੇਨ ਟਿਊਮਰ ਹੁੰਦਾ ਕੀ ਹੈ। ਤੇ ਫਿਰ ਡਾਕਟਰ ਕਹਿੰਦਾ ਵੀ ਅਸੀਂ ਮਹੀਨਾ ਕੁ ਲਵਾਂਗੇ, ਵੀ ਤੁਹਾਡਾ ਆਪਣਾ ਹੀ ਤੁਹਾਡਾ ਬਲੱਡ ਲਵਾਂਗੇ ਬਿਕੋਜ਼ ਸੇਫ ਹੁੰਦਾ ਜੇ ਸਾਨੂੰ ਤੁਹਾਡਾ ਬਲੱਡ ਘਟ ਗਿਆ। ਮੈਂ ਕਿਹਾ ਉਹਦੀ ਨਾ ਤੁਸੀਂ ਚਿੰਤਾ ਕਰੋ, ਤੁਸੀਂ ਮੇਰਾ ਛੇਤੀ ਇਲਾਜ ਕਰੋ ਕਿ ਮੈਂ ਬਹੁਤ ਪੇਨ 'ਚ ਹਾਂ। ਤੇ ਡਾਕਟਰ ਨੂੰ ਹੈ ਕਿ ਜੇ ਤੁਸੀਂ ਇਧਰੋਂ ਮੈਨੂੰ ਬਚਾ ਲਿਆ ਤੇ ਬਾਹਰ ਨਿਕਲਦੇ ਮੇਰਾ ਐਕਸੀਡੈਂਟ ਹੋ ਗਿਆ, ਇਹਦੀ ਕੀ ਗਾਰੰਟੀ ਹੈ? ਸੋ ਜੇ ਮੈਂ ਬਚਣਾ ਤਾਂ ਮੈਂ ਬਚਣਾ, ਨਹੀਂ ਤਾਂ ਇਟਸ ਓਵਰ। ਜੀ ਜੀ। ਚਲੋ ਮੇਰੀ ਸਰਜਰੀ ਹੋ ਗਈ। ਫਿਰ ਅਸੀਂ 4 ਮਹੀਨਿਆਂ ਬਾਅਦ ਇੰਡੀਆ ਆਏ ਜਦੋਂ ਬਿਲਕੁਲ ਡਾਕਟਰ ਨੇ ਓਕੇ ਕਰਤਾ ਕਿ ਹੁਣ ਇਹ ਫਲਾਈ ਕਰ ਸਕਦੇ ਹੋ ਤੁਸੀਂ। ਪਰ ਉਹ ਟਾਈਮ ਵੀ ਉਦੋਂ ਬਾਅਦ ਵੀ ਇੰਡੀਆ ਆ ਕੇ ਵੀ ਕਦੇ ਦਵਾਈ ਲੈਣੀ ਭੁੱਲ ਜਾਣੀ, ਕਿਉਂਕਿ ਹੈ ਤਾਂ ਬ੍ਰੇਨ ਦਾ ਹੀ ਕੰਮ ਸੀ। ਤੇ ਮੈਂ ਬੇਹੋਸ਼ ਹੋ ਜਾਂਦੀ। ਜੇ ਕੋਈ ਖੁਸ਼ੀ ਹੈ ਤਾਂ ਜ਼ਿਆਦਾ ਖੁਸ਼ੀ ਨਾਲ ਹੀ ਮੈਂ ਬੇਹੋਸ਼ ਹੋ ਕੇ ਡਿੱਗ ਪਈ। ਸੈਡ ਹੈ ਤਾਂ ਵੀ ਮੇਰੇ ਤੇ ਅਸਰ, ਬਾਡੀ ਮੇਰੀ ਕੰਬਦੀ ਰਹਿੰਦੀ ਸੀ, ਸ਼ੇਕ ਕਰਦੀ ਰਹਿੰਦੀ। ਪਾਪਾ ਨੂੰ ਵੀ ਮੈਂ ਯਾਦ ਕਰਨਾ, ਪਰ ਮੈਂ ਬਹੁਤੀ ਘਰਦਿਆਂ ਨਾਲ ਗੱਲਾਂ ਨਹੀਂ ਕਰਦੀ ਸੀ। ਦੇਖੋ ਇੱਕ ਬੰਦਾ ਦੁਖੀ ਹੈ, ਉਹ ਆਪਦੇ ਅਰਾਊਂਡ ਕਿਉਂ ਸਾਰਿਆਂ ਨੂੰ ਦੁਖੀ ਕਰੇ। ਸੋ ਮੈਂ ਲਿਖਣਾ ਸ਼ੁਰੂ ਕਰਤਾ ਆਪਦੇ ਥਾਟਸ, ਦਿਮਾਗ ਡਾਈਵਰਟ ਹੋ ਜਾਂਦਾ ਬੰਦੇ ਦਾ, ਕਹਾਣੀ ਆਪਣੇ ਆਪ ਨੂੰ ਕਿਤੇ ਨਾ ਕਿਤੇ ਬੰਦਾ ਵਿਅਸਤ ਕਰਨਾ ਸ਼ੁਰੂ ਕਰ ਲਿਆ ਆਪਦੇ ਆਪ ਨੂੰ। ਹਾਂ, ਜਿਵੇਂ ਪਾਪਾ ਨਾਲ ਹੀ ਮੈਂ ਕਹਿ ਲਓ ਵੀ ਗੱਲਾਂ ਜੇ ਕਰਦੀਆਂ ਤਾਂ ਲਿਖ ਕੇ ਕਰਦੀ। ਅੱਛਾ। ਫਿਰ ਮੈਂ ਕਈ ਵਾਰ ਲਿਖ ਕੇ ਕਹਿ ਦੇਣਾ ਕਿਸੇ ਨੂੰ ਕਿ ਮੇਰੇ ਚੈੱਕ ਕਰ ਲਓ ਵੀ ਠੀਕ ਲਿਖਿਆ ਜੋ ਵੀ ਹੈ ਹਨਾ, ਬਿਕੋਜ਼ ਬੰਦਾ ਇੰਨਾ ਠੀਕ ਤਾਂ ਫੀਲ ਨਹੀਂ ਕਰ ਰਹੀ ਸੀ। ਪਰ 5 ਸਾਲ ਮੇਰੇ ਐਂ ਨਿਕਲੇ ਕਿ ਮੈਂ ਜਾ ਕੇ 2007 ਜਾ ਕੇ ਮੈਨੂੰ ਲੱਗਿਆ ਮੈਂ ਠੀਕ ਹੋ ਗਈ। ਪਰ ਉਸ ਟਾਈਮ ਦੇ ਵਿੱਚ ਮੇਰੀ ਇੱਕ ਇੰਟਰਵਿਊ ਆਈ ਸੀਗੀ ਜਿਹਦੇ ਵਿੱਚ ਮੈਂ ਐਜ਼ ਏ ਐਂਟੀਕ ਕਲੈਕਟਰ ਉਹਨਾਂ ਨੇ ਮੈਨੂੰ ਮੈਗਜ਼ੀਨ 'ਚ ਮਤਲਬ ਦਿਖਾਇਆ। ਤੇ ਉਸ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਜਿਹੜੀਆਂ ਚੀਜ਼ਾਂ ਮੇਰੇ ਕੋਲ ਹੈਗੀਆਂ ਕਿ ਇਹਦੀ ਇੰਨੀ ਇੰਪੋਰਟੈਂਸ ਹੈ। ਚਲੋ ਮੇਰਾ ਮਨ ਉਧਰ ਵੀ ਮੈਂ ਲਾ ਲਿਆ ਕਿ ਆਪਦੀਆਂ ਚੀਜ਼ਾਂ ਮੈਂ ਬਠਿੰਡਿਓਂ ਵੀ ਲੈ ਆਈ, ਵਿਰਸਾ ਜੋੜਨਾ ਸ਼ੁਰੂ ਕਰਤਾ, ਉਹ ਜੋੜਨਾ ਸ਼ੁਰੂ ਕਰਤਾ ਤੇ ਪਲੱਸ ਲਿਖਣਾ ਸ਼ੁਰੂ ਕਰਤਾ। ਫਿਰ ਐਂ ਲੱਗਿਆ ਵੀ ਕੰਮ ਠੀਕ ਹੈ। ਤੇ 2012 ਵਿੱਚ ਨਾ ਮੈਂ ਸਾਡੇ ਸਕੂਲ ਦੇ ਇੱਕ ਹੈਗੇ ਡਾਕਟਰ, ਉਹਨਾਂ ਨੇ ਦੱਸਿਆ ਕਿ ਕੋਈ ਮਾਸਟਰ ਗੇਮਸ ਹੁੰਦੀਆਂ। ਮੈਂ ਕਿਹਾ ਉਹ ਕੀ ਹੁੰਦੀਆਂ? ਤਾਂ ਕਹਿੰਦੇ ਵੱਡਿਆਂ ਦੀਆਂ ਹੁੰਦੀਆਂ ਵੀ ਜਿਵੇਂ 30 ਜਾਂ 35 ਪਲੱਸ। ਤੇ ਉਹਦੇ ਵਿੱਚ ਨਾ ਫਿਰ 5 ਇਅਰਸ ਦਾ ਗੈਪ ਹੁੰਦਾ, ਜਿਵੇਂ
30 to 34 ਜੀ, ਜੀ। 35 to 39 ਉਵੇਂ ਏਜ ਵਾਈਜ਼ ਤੁਸੀਂ ਪਾਰਟਿਸਿਪੇਟ ਕਰਦੇ ਆ ਤੇ ਮੈਂ ਤਾਂ ਇੱਕਦਮ ਪ੍ਰੋਮਪਟਲੀ ਕਹਿਤਾ ਵੀ ਮੈਂ ਵੀ ਪਾਰਟਿਸਿਪੇਟ ਕਰੂੰ। ਮੈਂ 7 ਸੈਕਟਰ ਸਟੇਡੀਅਮ ਚਲੀ ਗਈ ਜੀ ਤੇ ਯਾਦ ਤਾਂ ਰਿਹਾ ਨਾ ਕਿ ਹੁਣ ਮੈਂ ਵੱਡੀ ਹੋ ਗਈ ਤੇ ਮੈਂ ਉਵੇਂ ਆਪਦੇ ਸਪਾਈਕਸ ਲੈ ਗਈ ਤੇ ਭੱਜਣਾ ਸ਼ੁਰੂ ਕਰਤਾ। ਕੋਈ ਪ੍ਰੋਪਰਲੀ ਵਾਰਮ ਅਪ ਨਹੀਂ ਕੀਤਾ ਤੇ ਮੇਰੇ ਕ੍ਰੈਂਪਸ ਪੈ ਗਏ ਤੇ ਚਲੋ ਮੈਂ ਡਾਕਟਰ ਕਹਿੰਦੇ ਨੇ ਯੂ ਹੈਵ ਟੂ ਟੇਕ ਰੈਸਟ। ਫਿਰ ਜਿਹੜਾ ਅੱਗੇ ਇੱਕ ਹੋਰ ਮੈਨੂੰ ਕੀ ਪਤਾ ਸੀਗਾ ਵੀ ਅਗਲੇ ਸਾਲ ਇੱਕ ਹੋਰ ਮਾੜਾ ਟਾਈਮ ਆਉਣਾ। 2013 ਵਿੱਚ ਮੈਂ ਫਿਰ ਬੇਹੋਸ਼ ਹੋ ਕੇ ਡਿੱਗੀ ਤੇ ਕਹਿੰਦੇ ਆ ਵੀ ਕੋਮਾ 'ਚ ਵੀ ਚਲੀ ਗਈ ਸੀ। ਫਿਰ ਡਾਕਟਰਾਂ ਦੀ ਇੰਨੀ ਜਦੋਜਹਿਦ ਤੋਂ ਬਾਅਦ ਪਤਾ ਲੱਗਿਆ ਕਿ ਮੈਨੂੰ ਮੈਨੇਜਾਈਟਸ ਹੈ, ਬ੍ਰੇਨ 'ਚ ਨਾ ਫਲੂਇਡ ਭਰਿਆ ਹੋਇਆ ਸੀ। ਉਹ ਇੰਨਾ ਜ਼ਿਆਦਾ ਸੀਗਾ ਕਿ ਡੈਥ ਹੋ ਸਕਦੀ ਸੀ। ਤਾਂ ਮੇਰੇ ਹਸਬੈਂਡ ਨੇ ਇਵਨ ਐਸਟ੍ਰੋਲੋਜਰਸ ਨੂੰ ਵੀ ਪੁੱਛਿਆ, ਜੋ ਕਿਸੇ ਨੇ ਕਿਹਾ, ਪੁੰਨਦਾਨ ਵੀ ਕੀਤਾ ਕਿ ਇਹ ਸੌਖੇ ਟਾਈਮ 'ਚ ਕਿਵੇਂ ਨਿਕਲਿਆ ਜਾਵੇ। ਫਿਰ ਮੇਰੇ ਸ਼ੰਟ ਪਾਇਆ। ਫਿਰ ਜੀ ਜੀ ਬਿਲਕੁਲ ਇੱਥੇ ਮੇਰੇ ਨਾ ਸ਼ੰਟ ਪਾਇਆ ਹੋਇਆ। ਜੀ ਜੀ ਘਰ ਆ ਕੇ ਵੀ ਮੈਂ ਕਾਫੀ ਔਖੇ ਟਾਈਮ 'ਚੋਂ ਨਿਕਲੇ ਕਿਉਂਕਿ ਰੋਜ਼ ਇੰਜੈਕਸ਼ਨਸ ਲੱਗਦੇ ਸੀ। ਮੇਰੀ ਡਾਈਟ ਦਾ ਧਿਆਨ ਰੱਖਿਆ ਜਾਂਦਾ ਸੀ ਵੀ ਕਿਤੇ ਜ਼ਿਆਦਾ ਕੋਈ ਕਿਡਨੀ ਤੇ ਨਾ ਅਸਰ ਹੋ ਜਾਏ, ਇਹ ਨਾ ਹੋ ਜਾਏ। ਚਲੋ ਕਰਕੇ ਜਦੋਂ ਨਿਕਲੇ 6 ਮਹੀਨਿਆਂ ਬਾਅਦ ਪਤਾ ਨਹੀਂ ਮੇਰੇ ਮਾਈਂਡ 'ਚ ਕੀ ਆਇਆ ਜਾਂ ਕਿੱਥੋਂ ਮੈਨੂੰ ਪਤਾ ਲੱਗਿਆ ਕਿਉਂਕਿ ਮੈਂ ਉਦੋਂ ਪਹਿਲਾਂ ਤਾਂ ਕਦੇ ਮਾਸਟਰਸ 'ਚ ਪਾਰਟਿਸਿਪੇਟ ਨਹੀਂ ਕੀਤਾ। ਤੇ ਮੈਂ ਹਸਬੈਂਡ ਨੂੰ ਕਿਹਾ ਕਿ ਮੈਂ ਹੁਣ ਨਾ ਪਾਰਟਿਸਿਪੇਟ ਕਰਨਾ ਹੈ, ਐਥਲੈਟਿਕ ਮੀਟ ਕੋਈ ਆ ਗਈ ਹੋਣੀ ਹੈ। ਕੀ ਮੇਰੇ ਅੰਦਰ ਆਈ ਡੋਂਟ ਨੋ, ਮੈਨੂੰ ਤਾਂ ਲੱਗਦਾ ਮੇਰੇ ਅੰਦਰ ਇਹ ਸੀਗਾ ਕਿ ਜਦੋਂ ਮੈਂ ਮੈਡਲ ਜਿੱਤੂੰਗੀ ਤੇ ਮੇਰੇ ਡਾਕਟਰ ਬਹੁਤ ਖੁਸ਼ ਹੋ। ਕਿਉਂਕਿ ਡਾਕਟਰ ਲਈ ਇੱਕ ਪੇਸ਼ੈਂਟ ਪੇਸ਼ੈਂਟ ਜਦੋਂ ਕੋਈ ਕੁਝ ਬੈਟਰ ਹੁੰਦਾ ਤਾਂ ਉਹਨੂੰ ਬਹੁਤ ਅੱਛਾ ਲੱਗਦਾ। ਮੈਂ ਇੱਕ ਡਾਕਟਰ ਨੂੰ ਖੁਸ਼ ਕਰਨ ਲਈ ਮੈਨੂੰ ਲੱਗਦਾ ਮੈਂ ਆਖਿਆ ਵੀ ਮੇਰੇ ਡਾਕਟਰ ਬਹੁਤ ਖੁਸ਼ ਹੋਣੇ। ਫਿਰ ਮੈਂ ਥਰੋਜ਼ 'ਚ ਪਾਰਟਿਸਿਪੇਟ ਕੀਤਾ। ਮੈਂ ਭੱਜਿਆ ਨਹੀਂ ਜਾਣਾ। ਸ਼ਾਰਟ ਪਟ ਡਿਸਕਸ 'ਚ ਮੈਂ ਪਾਰਟਿਸਿਪੇਟ ਕੀਤਾ ਫਸਟ ਟਾਈਮ ਤੇ ਆਫਟਰ ਵੱਡੇ ਹੋ ਕੇ ਤੇ ਫਿਰ ਮੈਂ ਦੋਨਾਂ 'ਚ ਸਿਲਵਰ ਮੈਡਲ ਜਿੱਤੇ। ਅੱਛਾ, ਮਤਲਬ ਤੁਸੀਂ ਆਪਣੇ ਆਪ ਨੂੰ ਜਿਹੜੇ ਚਾਹੇ ਬਿਮਾਰੀ ਤੋਂ ਬਾਅਦ ਸੋਚਿਆ ਵੀ ਹੁਣ ਇਸ ਤੋਂ ਮਤਲਬ ਜਿੱਤ ਤੇ ਹੀ ਹੈਗੀ, ਤੁਸੀਂ ਨਾਲੇ ਡਾਕਟਰ ਖੁਸ਼ ਹੋ ਗਏ ਨਾਲੇ ਆਪਣੇ ਸਰੀਰ ਨੂੰ ਉਧਰ ਢਾਲ ਲਿਆ, ਫਿਰ ਖੇਡਾਂ ਵਾਲੇ ਪਾਸੇ ਲੈ ਕੇ ਆ ਗਏ। ਤੇ ਜਦੋਂ ਮੈਨੂੰ 2 ਮੈਡਲ ਮਿਲ ਗਏ ਤੇ ਮੇਰੇ ਲਈ ਤਾਂ ਇੰਨਾ ਹੀ ਬਹੁਤ ਸੀਗਾ ਹੌਸਲਾ। ਬਸ ਫਿਰ ਸਟੇਟ ਲੈਵਲ ਸੀਗਾ ਉਹ ਤੇ ਹੁਣ 10 ਸਾਲ ਦੀ ਮੈਂ ਬਸ ਫਿਰ ਜੰਗ ਜਿਹੜੀ ਉਹ ਆਪਦੀ ਸ਼ੁਰੂ ਹੋ ਗਈ ਨਵੀਂ ਜਿਹੜੀ 2 ਸਾਲ ਤਾਂ ਮੈਂ ਥਰੋਜ਼ ਹੀ ਕੀਤੀਆਂ। ਫਿਰ ਮੈਂ ਆਖਿਆ ਹੁਣ ਰਨਿੰਗ ਕਰਨਾ। ਮੈਂ 100 200 ਮੀਟਰ, ਇੱਕ ਵਾਰ 400 ਮੀਟਰ ਵੀ ਭੱਜੀ, ਤਿੰਨਾਂ 'ਚ 골ਡ ਵੀ ਲਏ। ਫਿਰ ਮੇਰੇ ਤੇ ਹੋ ਗਿਆ ਵੀ ਮੈਂ ਕਿਹੜੇ 'ਚ ਪਾਰਟਿਸਿਪੇਟ ਕਰਨਾ, ਕੀ ਕਰਨਾ। ਤੇ ਫਿਰ 2 ਸਾਲ ਪਹਿਲਾਂ ਫਿਰ ਮੈਂ ਕੇਰਲਾ ਗਈ ਨੈਸ਼ਨਲਸ, ਫਸਟ ਟਾਈਮ ਇਨ ਲਾਈਫ ਤੇ ਉੱਥੇ ਜਾ ਕੇ ਮੈਂ ਡਿਸਕਸ ਥਰੋ ਵਿੱਚ 골ਡ ਜਿੱਤਿਆ। ਸ਼ਾਰਟ ਪਟ 'ਚ ਮੈਂ 4th ਰਹੀ। 100 ਮੀਟਰ ਰੇਸ 'ਚ ਮੈਂ ਸੈਕਿੰਡ ਆਈ ਸੀ ਪਰ ਉੱਥੇ ਮੇਰੇ ਨਾਲ ਹੇਰਾ ਫੇਰੀ ਹੋਈ ਜੋ ਆਪਣੇ ਸਪੋਰਟਸ ਚੱਲਦਾ ਹੈ। ਪਰ ਉਹ ਖੁੰਦਕ ਮੈਂ ਫਿਰ ਉੱਥੇ ਕੱਢੀ ਜਦੋਂ ਲਾਸਟ ਮੇਰਾ ਈਵੈਂਟ ਸੀਗਾ ਡਿਸਕਸ ਥਰੋ। ਮੈਂ ਆਖਿਆ ਹੁਣ ਇੱਥੇ ਨਹੀਂ ਮੈਂ ਕੁਛ ਚੱਲਣ ਦੇਣਾ। ਫਿਰ ਜਿਵੇਂ ਬੱਚੇ ਨਹੀਂ ਕਹਿੰਦੇ, ਮੈਂ ਸਭ ਤੋਂ ਪਹਿਲਾਂ ਮੈਂ ਮੇਰਾ ਨਾਂ ਲਿਖੋ ਤੇ ਮੈਂ ਥਰੋ ਮਾਰੀ। ਮੈਂ ਉਹਦੀ ਲੀਡ ਨਹੀਂ ਛੱਡੀ। ਤਿੰਨੇ ਰਾਊਂਡ 'ਚ ਮੈਂ ਉਹਦਾ ਫਰਸਟ ਤੇ 골ਡ ਮੈਡਲ ਲੈ ਕੇ ਘਰ ਆਈ। ਮਤਲਬ ਆਪਦੇ ਆਪ ਨੂੰ ਹੁਣ ਮਤਲਬ ਭੁਪਿੰਦਰ ਕੌਰ ਸ਼ੇਖੋ ਨੂੰ ਉਹ ਢਾਲ ਲਿਆ ਵੀ ਹੁਣ ਜਿਹੜੀ ਜ਼ਿੰਦਗੀ ਹੈਗੀ ਹੈ ਇਹ ਬਿਮਾਰੀ ਤੋਂ ਉੱਪਰ ਉੱਠ ਕੇ ਇੱਕ ਹੌਸਲਾ ਹੁੰਦਾ, ਜਿਹੜਾ ਹੌਸਲਾ ਹਰ ਇੱਕ ਨੂੰ ਰੱਖਣਾ ਚਾਹੀਦਾ। ਜਿਵੇਂ ਤੁਸੀਂ ਆਪਦੇ ਆਪ ਨੂੰ ਖੇਡਾਂ ਦੇ ਵੱਲ ਪ੍ਰੇਰਿਤ ਫਿਰ ਕਰ ਲਿਆ। ਮੈਨੂੰ ਐ ਸੀ ਵੀ ਜਿਹੜੀ ਕੋਈ ਖੁਆਇਸ਼ ਰਹਿ ਗਈ ਉਹਨੂੰ ਪੂਰੀ ਕਰਦੇ ਆ। ਪਹਿਲਾਂ ਤਾਂ ਇੱਕ ਹੌਬੀ ਸੀ। ਸਹੀ ਗੱਲ। ਮੈਂ ਕਿਹਾ ਹੁਣ ਮੈਂ ਐਜ਼ ਕਹੂੰਗੀ ਮੈਂ ਹੁਣ ਸਪੋਰਟਸ ਪਰਸਨ ਹੈ ਤੇ ਹੁਣ ਮੈਂ ਅਚੀਵ ਕਰਨਾ ਹੈ। ਨਾਮ ਹੀ ਬਣਾਏ, ਅਖਬਾਰਾਂ ਸਾਰਾ ਕਿਤੇ ਚਰਚੇ ਵੀ ਹੋਏ ਭੁਪਿੰਦਰ ਕੌਰ ਸ਼ੇਖੋ। ਮਾਣ ਮਹਿਸੂਸ ਹੁੰਦਾ ਜਦੋਂ ਬੰਦਾ ਕਿਸੇ ਚੀਜ਼ ਨਾਲ ਲੜ ਕੇ ਅੱਗੇ ਵੱਧਦਾ ਹੈ, ਤਾਂ ਉਹ ਵੀ ਸਰੀਰ ਦੀ ਬਿਮਾਰੀਆਂ ਨਾਲ। ਫਿਰ ਲਾਸਟ ਈਅਰ ਫਿਰ ਮੈਂ ਅਸੀਂ ਗਏ ਸੀਗੇ ਕੁਰੂਕਸ਼ੇਤਰ। ਉੱਥੇ ਫਿਰ ਮੈਂ ਸੈਕਿੰਡ ਆਈ ਹਾਂ ਡਿਸਕਸ ਥਰੋ 'ਚ। ਭੁਪਿੰਦਰ ਜੀ, ਜਿਹੜੀਆਂ ਇਹ ਸ਼ੌਂਕ ਹੈਗੇ ਨੇ, ਚਲੋ ਅਸੀਂ ਵਿਰਸੇ ਨਾਲ ਹੁਣ ਜਿਹੜੀਆਂ ਤੁਹਾਡੇ ਸ਼ੁਰੂ ਤੋਂ ਜਿਹੜੀ ਹੈਗੀ ਹੈ ਸ਼ੌਂਕ, ਇਹ ਟੇਬਲ ਹੈਗਾ ਪਤਾ ਤੁਹਾਨੂੰ ਤਾਂ ਪਤਾ ਹੀ ਹੋਗਾ ਕਿੰਨਾ ਪੁਰਾਣਾ ਹੈਗਾ? ਕਿਸ? ਹਾਂ, ਇਹ 1930s ਦਾ ਹੈ। 1930 ਦਾ ਬੰਬੇ ਤੋਂ ਲਿਆ ਸੀਗਾ। ਓਕੇ। ਵਾਲਨਟ ਦਾ। ਤੁਸੀਂ ਘਰ ਦੇ ਵਿੱਚ ਅਸੀਂ ਦੇਖਿਆ ਕਿ ਅਜਿਹੀਆਂ ਚੀਜ਼ਾਂ ਸਜਾ ਰੱਖੀਆਂ ਜਿਹੜੀਆਂ ਅੱਜ ਕੱਲ੍ਹ ਦੇ ਚਲੋ ਸੋਚ ਵੀ ਨਹੀਂ ਸਕਦੇ, ਕਿਉਂਕਿ ਇਹ ਚੀਜ਼ਾਂ ਸਾਹਮਣੇ ਬਹੁਤ ਔਖੀਆਂ ਹੈਗੀਆਂ ਜਿੰਨੀਆਂ ਪੁਰਾਣੀਆਂ ਚੀਜ਼ਾਂ ਹੈਗੀਆਂ ਨੇ। ਸ਼ੌਂਕ ਨਾਲ ਹੀ ਹੁੰਦਾ ਇਹ ਚੀਜ਼ਾਂ ਸ਼ੌਂਕ ਦੀਆਂ ਹੈਗੀਆਂ ਨੇ। ਬਿਲਕੁਲ ਥੱਲੇ ਸਾਰਾ ਵੁੱਡਨ ਹੀ ਹੈ ਸਾਰਾ ਨਾ ਟੋਟਲੀ। ਹੋਰ ਤੁਹਾਨੂੰ ਚੀਜ਼ਾਂ ਵੀ ਦਿਖਾਉਂਦੇ ਆ ਜਿਹੜੇ ਤੁਹਾਨੂੰ ਇਹ ਤਾਂ ਕਹਾਣੀ ਜਿਹੜੀ ਉਹਨਾਂ ਨੇ ਦੱਸੀ ਕਿ ਜਿਹੜੀ ਸਰੀਰ ਦੀ ਜੰਗ ਹੁੰਦੀ ਹੈ, ਅਸੀਂ ਲੜਾਈ ਕੋਈ ਵੀ ਹੋਵੇ, ਜਦੋਂ ਅਸੀਂ ਹੌਸਲਾ ਹਾਰ ਜਾਂਦੇ ਤਾਂ ਫਿਰ ਹੌਸਲਾ ਜਿਹੜਾ ਕਿ ਸਾਨੂੰ ਢਾਹ ਦਿੰਦਾ। ਜਦੋਂ ਅਸੀਂ ਹੌਸਲੇ ਦੇ ਵਿੱਚ ਹੋਈਏ ਤਾਂ ਕਿਸੇ ਵੀ ਜਿਹੜੀ ਬਿਮਾਰੀ ਹੋਵੇ, ਚਾਹੇ ਕੋਈ ਵੀ ਲੜਾਈ ਹੋਵੇ ਨਾ, ਨਜਿੱਠਣਾ ਸੌਖਾ ਹੋ ਜਾਂਦਾ। ਸ਼ੌਂਕ ਦਿਖਾਉਂਦੇ ਆ ਹੁਣ ਤੁਹਾਨੂੰ ਜਿਹੜੀਆਂ ਚੀਜ਼ਾਂ ਇਸ ਸਮੇਂ ਅੰਦਰ ਪਈਆਂ ਨੇ,
ਪਰ ਇਹ ਸਾਡੇ ਉਹ ਸਮੇਂ ਦੀ ਹੈਗੀ ਹੈ, ਅਸੀਂ ਸ਼ੋਅ ਕਹਿ ਸਕਦੇ ਹਾਂ, ਜਦੋਂ ਕਿਸੇ ਸਮੇਂ ਸਾਡੇ ਬਜ਼ੁਰਗ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਸੀ। ਇਹ ਪਿੱਤਲ ਦੇ ਭਾਂਡੇ ਹੈਗੇ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਫਿਰ ਇਹ ਕਦੋਂ ਤੋਂ ਇਕੱਠੀਆਂ ਕਰਨੀ ਸ਼ੁਰੂ ਕੀਤੀਆਂ, ਜਿੱਦਾਂ ਸਾਰੇ ਸਮਾਨ ਹੈਗਾ ਜੀ? ਬਸ ਇਹ 2006 ਤੋਂ ਬਾਅਦ ਫਿਰ ਹੁਣ ਕਲੈਕਸ਼ਨ ਵੱਧਦੀ ਜਾ ਰਹੀ ਹੈ ਡੇ ਬਾਏ ਡੇ। ਇਹ ਤਾਂ ਜੋ ਤੁਹਾਡੇ ਕੋਲੇ ਤੁਹਾਨੂੰ ਦਿਸ ਰਿਹਾ ਜੀ ਜੀ, ਇਹ ਤਾਂ ਇੱਕ ਕਹ ਲਓ ਲਿਮਿਟਡ ਹੈ। ਅੱਛਾ ਜੀ। ਤੇ ਜਦੋਂ ਮੈਂ ਹੈਰੀਟੇਜ ਵੀਕ ਮਨਾਉਣੀ ਹੋ ਤਾਂ ਫਿਰ ਸਾਰਾ ਕੁਝ ਮੇਰਾ ਬਾਹਰ ਹੁੰਦਾ। ਹੁਣ ਤਾਂ ਤੁਹਾਨੂੰ ਕੋਈ ਨਾ ਗਲਾਸ ਨਾ ਕੌਲੀਆਂ ਕੁਝ ਵੀ ਨਹੀਂ ਦਿਸ ਰਿਹਾ। ਉਦੋਂ ਤਾਂ ਮੇਰੇ ਕਰੋਕਰੀ ਵੀ ਈਵਨ ਮੇਰੇ ਕੋਲ ਜੈਪਨੀਜ਼ ਤੇ ਹਨਾ ਇੰਗਲੈਂਡ ਦੀ ਹੈਗੀ ਆ, ਸਾਰਾ ਕੁਝ ਹੀ ਸਾਡਾ ਫਿਰ ਬਾਹਰ ਹੁੰਦਾ। ਖੁੰਡੇ ਵਗੈਰਾ ਇਹ ਵੀ ਸਾਰੇ ਫਿਰ ਇਕੱਠੇ ਕੀਤੇ ਜਿੰਨੀਆਂ ਚੀਜ਼ਾਂ ਹੁੰਦੀਆਂ ਨੇ ਹਨਾ ਜੀ? ਹਾਂ, 2 ਹੈਗੇ ਖੁੰਡੇ। ਜੀ ਜੀ ਜੀ, ਆਹ ਹੈ ਤੇ ਕਾਹਾ। ਬਿਲਕੁਲ, ਇਹ ਪੁਰਾਣੇ ਖੁੰਡੇ ਇਕੱਠੇ ਕੀਤੇ ਸਾਰੇ ਹੈ। ਇਕੱਠੇ ਕੀ ਘਰ 'ਚ ਹੀ ਹੁੰਦੇ ਆਪਣੇ, ਕੋਈ ਨਾਨਕੇ ਜਾਂ ਕਿਸੇ ਨੇ ਗਿਫਟ ਕਰਤਾ। ਪਰ ਇਹ ਵੀ ਕੋਈ ਸੰਭਾਲ ਕੇ ਰੱਖਿਆ ਨਾ, ਜਿਵੇਂ ਤੁਸੀਂ ਤੁਹਾਡੇ ਸ਼ੌਕ ਇੱਧਰ ਕੁਆਇਨ ਦਿਖਾਉਂਦੇ ਆ। ਇਹ ਜਿਹੜੀ ਹੱਥੀਆਂ ਦਰੀਆਂ ਬੁਣਨ ਵਾਲੀਆਂ ਹੱਥੀਆਂ ਜਿਹੜੀਆਂ ਬਜ਼ੁਰਗ ਕਿਸੇ ਸਮੇਂ, ਚਲੋ ਅੱਜ ਵੀ ਵੈਸੇ ਤਾਂ ਹੈਗਾ, ਪਰ ਅੱਗੇ ਤਾਂ ਘਰਾਂ 'ਚ ਹੁੰਦਾ ਸੀ ਉਹ ਚੀਜ਼ਾਂ। ਹੁਣ ਤੁਸੀਂ ਤਾਂ ਦੇਖੀਆਂ ਹੋਣੀਆਂ ਚੀਜ਼ਾਂ ਅੱਖੀ। ਹਾਂ, ਮੈਂ ਦੇਖਿਆ। ਤੇ ਇੱਧਰ ਦਿਖਾਣੇ ਆ ਤੁਹਾਨੂੰ ਕੁਆਇਨ ਪਏ, ਦੇਖੋ। ਇਹ ਕਲੈਕਸ਼ਨ ਬਹੁਤ ਪੁਰਾਣੀ ਹੋਏਗੀ, ਮਤਲਬ ਜਿੰਦੇ 'ਚ ਕੋਈ ਬਹੁਤ ਪੁਰਾਣੇ ਸਨ ਦੇ ਜਿਹੜੇ ਹੋਣਗੇ ਸਿੱਕੇ ਦੇ। ਹਾਂ, ਇਹ ਪੁਰਾਣੇ ਹੈਗੇ ਆਪਣੇ, ਜਿਹੜੇ ਬਿਲਕੁਲ ਜਿਹਨੂੰ ਕਹਿੰਦੇ ਸੀ ਨਾ ਟੱਕਾ, ਦਮੜੀ, ਗਲੀ ਵਾਲਾ, ਸਾਰੇ ਹੈਗੇ ਮੇਰੇ ਕੋਲੇ। ਅੱਛਾ, ਸਾਰੀਆਂ ਚੀਜ਼ਾਂ ਬਹੁਤ, ਇਹ ਲਗਭਗ ਅਸੀਂ ਕਹਾਂਗੇ ਕੋਈ 100-200 ਸਾਲ ਪੁਰਾਣੇ ਹੋਣੇ ਨੇ ਚੀਜ਼ਾਂ ਹੋਣਗੇ। ਤੇ ਇਹ ਮਤਲਬ ਇਹ ਗੀਜ਼ਰ ਹੈ। ਹਾਂ, ਇਹ ਪੁਰਾਣੇ ਟਾਈਮ ਦਾ ਗੀਜ਼ਰ, ਪੁਰਾਣੇ ਸਮੇਂ ਦੇ ਗੀਜ਼ਰ। ਦੇਖੋ ਕਿਹੜੀਆਂ ਚੀਜ਼ਾਂ, ਕਿਵੇਂ ਕਿਸੇ ਸਮੇਂ ਵੇਖੋ ਕਿੰਨੀਆਂ ਹੈਵੀ ਚੀਜ਼ਾਂ ਹੁੰਦੀਆਂ ਸੀ, ਥੱਲੇ ਟੂਟੀ ਲੱਗੀ ਹੋਈ ਹੈ ਤਾਂ ਵਰਤੀਆਂ ਜਾਂਦੀਆਂ ਸੀ। ਕਾਪਰ ਦਾ ਸੇਮ ਹੈ। ਅੱਛਾ, ਇਹ ਕਾਪਰ ਦਾ ਆ ਗਿਆ। ਇਹਦੇ ਵਿੱਚ ਇਹ ਕਿਵੇਂ ਦੀ ਵਰਤੋਂ ਕਿੱਦਾਂ ਹੁੰਦੀ ਸੀ ਕਿਸ ਸਮੇਂ? ਆ ਤੁਹਾਨੂੰ ਇਹਦੇ ਚੱਕ ਕੇ ਦਿਖਾ ਦਿੰਦੇ। ਜੀ ਜੀ, ਇਹਦੇ ਵਿੱਚ ਕੋਲੇ ਪਾਏ ਜਾਂਦੇ ਸੀਗੇ। ਜੀ ਜੀ, ਤੇ ਅੱਗ ਬਾਲੀ ਜਾਂਦੀ ਸੀ। ਜੀ ਜੀ, ਇੱਥੇ ਪਾਣੀ ਹੁੰਦਾ ਸੀਗਾ। ਅੱਛਾ ਜੀ, ਅੱਛਾ, ਇਹਦੇ 'ਚ ਕੋਲਾ ਪੈ ਜਾਂਦਾ ਸੀ, ਕੋਲਾ ਪਾ ਕੇ ਮਤਲਬ ਬਾਲ ਕੇ ਵਿੱਚ ਕੋਲਾ ਸੁੱਟ ਦਿੰਦੇ ਸੀ। ਹਾਂ, ਇੱਥੇ ਅੱਗ ਮੱਚਦੀ ਰਹਿੰਦੀ ਤੇ ਪਾਣੀ ਗਰਮ ਹੋ ਜਾਂਦਾ। ਇੱਥੇ ਟੈਪ ਲੱਗੀ ਆ, ਫਿਰ ਆਹ ਪਾਣੀ ਟੂਟੀ ਨਾਲ। ਸਹੀ ਹੈ। ਇੱਧਰ ਹੋਰ ਵੀ ਤੁਹਾਨੂੰ ਦਿਖਾਣੇ, ਦੇਖੋ ਇਹ ਤਾਂਬੇ ਦਾ। ਇਹ ਵੀ ਸੇਮ ਚੀਜ਼ ਹੀ ਹੈ ਨਾ, ਉਦਾਂ ਦਾ ਹੀ ਹੈ ਸਾਰਾ। ਸੇਮ ਹੈ। ਹਾਂ, ਸਾਰਾ ਸੇਮ ਹੀ ਹੈ ਉਦਾਂ। ਆ ਦੇਖੋ ਨਾ, ਇੱਧਰ ਆਪਾਂ ਛੇੜਨਾ ਤਾਂ ਕਰੋ। ਨਹੀਂ ਛੇੜਨਾ ਕਰੋ, ਚਲੋ ਆ ਉਦਾਂ ਹੀ ਕੋਲਾ ਜਿਹੜਾ ਲੱਗ ਗਿਆ ਤੇ ਇੱਥੋਂ ਬਲਦਾ, ਇੱਥੋਂ ਪਾਣੀ ਵਗੈਰਾ ਪਾ ਦਿੰਦੇ ਸੀ ਤੁਸੀਂ। ਸਾਰੀਆਂ ਚੀਜ਼ਾਂ ਹੀ ਆ। ਇਹਨਾਂ ਨੂੰ ਸ਼ਾਇਦ ਘੜੇ ਹੀ ਕਹਿੰਦੇ, ਸ਼ਾਇਦ ਗਾਗਰ ਬਹੁਤ, ਨਾਲੇ ਹੈਵੀ ਵੇਟ ਹੀ ਬਹੁਤ ਜ਼ਿਆਦਾ ਇਹਨਾਂ ਦਾ, ਬਹੁਤ। ਕਿਸੇ ਸਮੇਂ ਬਜ਼ੁਰਗ ਤਾਂ ਚੱਕਦੇ ਹੀ ਹੁੰਦੇ ਸੀ, ਜਦੋਂ ਪੁਰਾਣਾ ਸਮਾਂ ਹੁੰਦਾ ਸੀ ਇਹਨਾਂ 'ਚ ਹੀ ਪਾਣੀ ਪੂਣੀ ਹੈ ਨਾ। ਪਰ ਅੱਜ ਦੇ ਸਮੇਂ ਤਾਂ ਮੇਰਾ ਚੱਕਣੀ ਬਹੁਤ ਔਖੀਆਂ ਆ ਗਈਆਂ, ਜਿਸ ਹਿਸਾਬ ਦੇ ਅੱਜ ਕੱਲ੍ਹ ਸਰੀਰ ਹੋ ਚੁੱਕੇ ਨੇ। ਸੋ ਹਰ ਇੱਕ ਚੀਜ਼ ਸ਼ੌਂਕ ਦੀ ਗੱਲ ਹੁੰਦੀ ਹੈ। ਘਰ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਰੱਖੀਆਂ ਹੋਈਆਂ ਨੇ ਸਾਰੀਆਂ, ਫੁਲਕਾਰੀ, ਤੁਸੀਂ ਫੁਲਕਾਰੀ ਦਾ ਵੀ ਸ਼ੌਂਕ ਜਿਹੜਾ ਤੁਹਾਡੇ ਅਕਸਰ ਅਸੀਂ ਫੋਟੋਆਂ ਵੀ ਦੇਖੀਆਂ ਨੇ, ਇਹ ਬਹੁਤ ਹੈਵੀ ਫੁਲਕਾਰੀ ਹੈ। ਬਾਗ ਹੈ। ਅੱਛਾ, ਇਹਨੂੰ ਬਾਗ ਕਹਿੰਦੇ ਨੇ? ਇਹਨੂੰ ਬਾਗ ਕਹਿੰਦੇ ਆ। ਅੱਛਾ ਜੀ, ਜਿਹੜਾ ਬਿਲਕੁਲ ਢੱਕਿਆ ਹੁੰਦਾ ਨਾ, ਕੱਪੜਾ ਨਹੀਂ ਦਿਸਦਾ, ਇਹਨੂੰ ਬਾਗ ਕਹਿੰਦੇ ਆ। ਅੱਛਾ, ਥੱਲੇ ਮਤਲਬ ਉੱਪਰ ਸਾਰੀ ਕਾਰਾਗਰੀ ਕਰੀ ਹੋਈ ਹੈ। ਇਹ ਮਤਲਬ ਇਹ ਵੀ ਪੁਰਾਣੇ ਸਮੇਂ ਦੇ ਕਿ ਅੱਜ? ਪੁਰਾਣਾ। ਅੱਛਾ, ਬਹੁਤ ਪੁਰਾਣਾ ਹੈ। ਅੱਜ ਕੱਲ੍ਹ ਤਾਂ ਨਹੀਂ ਮਿਲਦੀਆਂ ਇਹ ਚੀਜ਼ਾਂ? ਮਿਲਦੀਆਂ ਕਿ ਨਾ ਕੱਢਣ ਵਾਲੇ ਰਹੇ। ਅੱਛਾ, ਥੱਲੇ ਕੱਪੜਾ ਹੈ, ਉੱਪਰ ਸਾਰਾ ਇਹ ਕਢਾਈ ਹੋਈ ਹੈ ਨਾ। ਅੱਛਾ, ਕਢਾਈ ਕੀਤੀ ਹੋਈ ਹੈ। ਇਹ ਬੈੱਡ ਬੁੱਡ ਤੇ ਮਤਲਬ ਮੰਜਿਆਂ ਤੇ ਕਿਸ ਸਮੇਂ ਵਿਛਾਈਆਂ ਜਾਂਦੀਆਂ ਸੀ? ਨਹੀਂ। ਅੱਛਾ ਜੀ, ਇਹ ਜਦੋਂ ਸ਼ਗਨ ਹੁੰਦਾ ਸੀਗਾ ਨਾ, ਉਦੋਂ ਜਿਵੇਂ ਵਿਛਾ ਕੇ ਅੱਛਾ ਅੱਗੇ ਰੱਖ ਦਿੰਦੇ ਸੀ। ਹਾਂ, ਬੱਚੇ ਨੂੰ ਜਿਵੇਂ ਉੱਥੇ ਬਿਠਾਇਆ ਜਾਂਦਾ, ਸ਼ਗਨ ਕਰਨਾ ਹੈ ਜਾਂ ਬੁੱਕਲ ਮਾਰੀ ਜਾਂਦੀ ਸੀ। ਅੱਛਾ, ਇਹ ਉਸ ਲਈ। ਅੱਛਾ, ਇਹਨੂੰ ਬਾਗ ਕਹਿੰਦੇ ਆ। ਬਾਗ ਹੈ। ਹੋਰ ਵੀ ਹਰ ਇੱਕ ਘਰ ਦੇ ਵਿੱਚ ਕੋਨੇ ਤੇ ਅਜਿਹੀਆਂ ਚੀਜ਼ਾਂ ਤੁਹਾਨੂੰ ਦਿਖਾਈ ਦੇਣਗੀਆਂ, ਨਿੱਕੀ ਤੋਂ ਨਿੱਕੀ ਚੀਜ਼ਾਂ। ਸਾਰਾ ਕੋਨੇ ਜਿਹੜਾ ਘਰ ਦੀ ਕੋਨਾ ਭਰ ਰੱਖਿਆ ਤੁਸੀਂ, ਮਤਲਬ ਸਾਰਾ ਹੈਰੀਟੇਜ ਚੀਜ਼ਾਂ ਦੇ ਨਾਲ, ਕਲਚਰ ਦੇ ਨਾਲ। ਇੱਧਰ ਦਿਖਾਉਂਦੇ ਆ, ਇਹ ਸੰਦੂਕ, ਬੇਬੇ ਦੀ ਸੰਦੂਕ ਹੈ ਨਾ ਜੇ ਕਹਿੰਦੇ ਹੁੰਦੇ ਸੀ। ਇਹ ਮੈਨੂੰ ਬਹੁਤ ਚੰਗੇ ਲੱਗਦੇ ਆ ਸੰਦੂਕ, ਤਾਂ ਹੀ ਤਾਂ ਤੁਸੀਂ ਦੇਖੋਗੇ ਵੀ ਇੱਕ ਬਾਹਰ ਐਂਟਰੈਂਸ ਪਿਆ, ਇੱਕ ਇੱਥੇ ਆ। ਇਹਨੂੰ ਲੋਕ ਲਾ ਕੇ ਰੱਖ ਰੱਖਿਆ ਹੈ। ਤੇ ਇਹਦੇ 'ਚ ਪੁਰਾਣੇ ਸਮੇਂ ਫਿਰ ਲੇਡੀਜ਼, ਚਲੋ ਤੁਸੀਂ ਤਾਂ ਜਾਣਦੇ ਹੋ ਉਸ ਸਮੇਂ, ਤੇ ਇਹ ਦਾਜ ਵਗੈਰਾ 'ਚ ਇਹ ਚੀਜ਼ਾਂ ਮੈਂ ਐਕਚੁਅਲੀ ਨਾ, ਸਾਨੂੰ ਸੱਚੀ ਗੱਲ ਦੱਸਾਂ, ਮੈਂ ਵੀ ਸਾਡੇ ਪਿੰਡ ਪਏ ਹੀ ਦੇਖੇ ਆ। ਅੱਛਾ। ਤੇ ਮੈਂ ਕਦੇ ਐਂ ਦੇਖਿਆ ਹੀ ਨਹੀਂ ਵੀ ਖੋਲ ਕੇ ਇਹਦੇ ਵਿੱਚ ਕੀ ਹੁੰਦਾ। ਅੱਛਾ ਅੱਛਾ। ਤੇ ਨਾਨਕੇ ਜ਼ਰੂਰ ਆਪਾਂ ਜਿੱਥੇ ਆਪਣਾ ਚੱਲਦਾ ਹੁੰਦਾ ਜੀ ਜੀ, ਉੱਥੇ ਆਪਣਾ ਜ਼ਿਆਦਾ ਹੱਕ ਹੁੰਦਾ। ਉੱਥੇ ਮੈਂ ਜ਼ਰੂਰ ਦੇਖਿਆ ਵੀ ਅੰਦਰੋਂ
ਕੱਪੜੇ ਵੀ ਕੱਢ ਕੇ ਲਿਆਉਂਦੇ ਸੀਗੇ ਵਿੱਚ। ਕਹਿੰਦੇ ਸੁਣਿਆ ਵੀ ਆਪਾਂ ਪੁਰਾਣੇ ਟਾਈਮ 'ਚ ਨਾ ਲੇਡੀਜ਼ ਆਪਦੇ ਜਿਹੜੇ ਗਹਿਣੇ ਗੁਣੇ ਆ ਇਹਦੇ 'ਚ ਰੱਖਦੇ ਰਾਣੀ ਹਾਰ ਤੇ ਹੋਰ ਵਿੱਚ ਲੁਕੋ ਕੇ ਜੇ ਰੱਖਦੀਆਂ ਸੀ। ਉਸ ਸਮੇਂ ਕੋਈ ਚੋਰੀ ਦਾ ਵੀ ਇੰਨਾ ਡਰ ਨਹੀਂ ਹੁੰਦਾ ਸੀ ਕਿਉਂਕਿ ਸਮਾਂ ਬਹੁਤ ਚੰਗਾ ਹੁੰਦਾ ਸੀ, ਹਰ ਇੱਕ ਨੂੰ ਤੇ ਉਹਨਾਂ ਕੋਲ ਚੀਜ਼ ਇਹੀ ਹੁੰਦੀ ਸੀ ਕਿ ਜਿੱਥੇ ਉਹ ਲੇਡੀਜ਼ ਸੇਫ ਸਮਝਦੀਆਂ ਆਪਦਾ ਦਾਜ ਦਾ ਸਮਾਨ ਸਾਰਾ ਇਹਦੇ ਵਿੱਚ ਮੇਨ ਚੀਜ਼ ਇਹੀ ਹੁੰਦੀ ਸੀ ਨਾ ਘਰ ਦੇ ਵਿੱਚ। ਬਿਲਕੁਲ। ਇੱਕ ਇਹ ਕਿਰਪਾਨ ਇਹ ਵੀ ਦੀਵਾਰ ਤੇ ਸਜਾ ਕੇ ਰੱਖੀ ਤੇ ਤੁਹਾਨੂੰ ਅਸੀਂ ਜਿਹੜੀ ਸਪੈਸ਼ਲੀ ਇੱਕ ਆਈਟਮ ਦਿਖਾਉਂਦੇ ਆ ਜਿਹੜੀ ਪੁਰਾਣੇ ਸਮੇਂ ਵਰਤੇ ਜਾਂਦੇ ਸੀ, ਗੱਡੇ। ਇਹਨਾਂ ਨੂੰ ਤਾਂ ਗੱਡਾ ਹੀ ਕਹਿੰਦੇ ਨੇ ਜੀ। ਗੱਡੀ ਉਹ ਨਹੀਂ ਹੁੰਦੀ ਸੀ ਜੈਸਲਮੇਰ ਵਾਲਿਆਂ ਦੀ ਗੱਡੀ, ਉਹ ਹੈ। ਅੱਛਾ ਜੀ। ਗੱਡਾ ਤਾਂ ਉਹ ਹੁੰਦਾ ਨਾ ਜਿਹੜਾ ਆਪਣਾ ਹੋਰ ਹੁੰਦਾ। ਅਸੀਂ ਇਹ ਤੁਸੀਂ ਫਿਰ ਕਿੱਥੋਂ ਕਲੈਕਸ਼ਨ ਕੀਤੀ? ਇਹ ਮਤਲਬ ਬਹੁਤ ਜ਼ਿਆਦਾ ਸਾਰਾ ਪਿੱਤਲ ਹੀ ਹੈ ਜਿੰਨਾ ਵੀ ਇਹਦੇ ਚ ਇਹ ਸਾਰਾ ਪਿੱਤਲ ਹੈ। ਸਾਰਾ ਪਿੱਤਲ ਹੀ ਹੈ। ਇਹ ਮੇਰੇ ਕਜ਼ਨ ਨੇ ਮੈਨੂੰ ਗਿਫਟ ਕੀਤੀ ਹੈ। ਅੱਛਾ ਜੀ। ਇਹਦਾ ਮਤਲਬ ਸਾਰੀ ਤੁਹਾਡੀ ਜਿਹੜੀ ਫੈਮਿਲੀ ਹੈਗੀਆਂ ਨੇ ਅੱਗੇ ਦੇ ਅੱਗੇ ਉਹਨਾਂ ਨੂੰ ਸ਼ੌਂਕ ਹੈਗੇ ਨੇ ਇਹਨਾਂ ਚੀਜ਼ਾਂ ਦੇ। ਸ਼ੌਂਕ ਵੀ ਹੈ ਤੇ ਜਿਗਰਾ ਵੀ ਹੋਣਾ ਚਾਹੀਦਾ ਦੇਣ ਵਾਲੇ ਦਾ। ਹਾਂ, ਇੱਕ ਦੇਣ ਵਾਲੇ ਦਾ। ਨਹੀਂ ਤਾਂ ਲੋਕ ਬਥੇਰੇ ਹੈਗੇ ਆ ਜਿਹੜੇ ਇੱਕ ਸੂਈ ਨਹੀਂ ਦੇ ਸਕਦੇ। ਮੇਰੇ ਕਜ਼ਨ ਨੇ ਉਹਦੀ ਆਪ ਦੀ ਖਰੀਦੀ ਹੋਈ ਕਹਿ ਲੋ ਚੀਜ਼ ਉਹਨੇ ਮੈਨੂੰ ਗਿਫਟ ਕੀਤੀ ਹੈ। ਬਿਲਕੁਲ। ਤੇ ਮੈਂ ਵੀ ਇਹਨੂੰ ਫਿਰ ਜਦੋਂ ਅਗਲੇ ਨੇ ਇੰਨੇ ਪਿਆਰ ਨਾਲ ਦੀ ਉਹ ਚੀਜ਼ ਦੇਤੀ, ਅਸੀਂ ਵੀ ਸਪੈਸ਼ਲੀ ਇਹਦੇ ਫਿਰ ਆ ਗਜ਼ੀਬੋ ਬਣਾ ਕੇ ਇੱਥੇ ਖੜੀ ਕੀਤੀ ਹੈ ਕਿਉਂਕਿ ਮੀਂਹ ਨਾਲ ਜਾਂ ਹੋਰ ਖਰਾਬ ਹੋ ਸਕਦਾ। ਉਹ ਇਹਨਾਂ ਦਾ ਕਲਰ ਜਿਹੜਾ ਹੁੰਦਾ ਉਹ ਕਲਰ 'ਚ ਫਰਕ ਪੈਂਦਾ। ਇਹ ਫਿਰ ਪੁਰਾਣੇ ਸਮੇਂ ਇਹਨੂੰ ਬਲਦਾਂ ਨਾਲ ਜੋੜਦੇ ਹੋਣਗੇ ਨਾ ਚੀਜ਼ ਨੂੰ। ਬਲਦਾਂ ਨਾਲ ਤੇ ਗੱਡੀਆਂ ਵਾਲਿਆਂ ਕੋਲੇ ਹੁੰਦੀ ਸੀ ਇਹ। ਵੇਖੋ ਲੱਕੜ ਦਾ ਸਾਰਾ ਟਾਇਰ ਟੂਰ ਹੈਗੇ ਨੇ ਕਿਉਂਕਿ ਉਸ ਸਮੇਂ ਕੱਚੀਆਂ ਸੜਕਾਂ ਤਾਂ ਹੁੰਦੀਆਂ ਨਹੀਂ ਸੀ। ਥੱਲੇ ਲੈਂਪ ਲੱਗਿਆ ਹੋਇਆ ਦੇਖੋ। ਇਹ ਲੈਂਪ ਫਿਰ ਇਹਨੂੰ ਮੂਵੇਬਲ ਹੋਏਗਾ ਨਾ, ਮਤਲਬ ਕਿਸੇ ਸਮੇਂ ਨੂੰ ਲਾਲਟਨ ਹੈ। ਲਾਲਟਨ ਇਹ ਫਿਕਸ ਹੀ ਹੁੰਦਾ ਸੀ ਵੀ ਉਸ ਸਮੇਂ ਮਤਲਬ ਨਾਲ ਹੀ ਫਿਰ ਸ਼ਾਇਦ ਲਾ ਲੈਂਦੇ ਹੋਣਗੇ ਇਹਨੂੰ। ਨਹੀਂ ਉਹ ਤਾਂ ਬੱਤੀ ਜੀ ਹੁੰਦੀ ਹੈ, ਉਹਨੂੰ ਔਨ ਕਰਕੇ ਮਤਲਬ ਜਗਾ ਕੇ ਤੇ ਟੰਗੀ ਹੁੰਦੀ ਸੀ। ਮਤਲਬ ਇੱਕ ਦੂਰੋਂ ਪਤਾ ਚੱਲ ਜਾਂਦਾ ਸੀ ਜੇ ਰਾਤ ਬਰਾਤੇ ਕਿਤੇ ਨਿਕਲਦਾ ਤਾਂ। ਟਰੈਵਲ ਕਰਦੇ ਸੀ ਤਾਂ ਹਨੇਰਾ ਹੁੰਦਾ ਸੀ, ਫਿਰ ਇਹੀ ਤਾਂ ਇੱਕ ਜ਼ਰੀਆ ਹੁੰਦਾ ਸੀ ਨਾ। ਸੋ ਕਿੱਡੀ ਸੋਹਣੀ ਚੀਜ਼ ਦੇਖੋ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਮੈਡਮ ਨੇ ਘਰੇ ਸਾਂਭ ਕੇ ਰੱਖੀ ਹੋਈ ਹੈ। ਕਜ਼ਨ ਭਰਾ ਨੇ ਜਿਹੜਾ ਕਿ ਗਿਫਟ ਦਿੱਤਾ ਤੇ ਪਰ ਜਿਹੜਾ ਗਿਫਟ ਨੂੰ ਕਿਸ ਤਰੀਕੇ ਦੇ ਨਾਲ ਦੇਖੋ ਗਜ਼ੀਬੋ ਬਣਾ ਕੇ ਇਸ ਚੀਜ਼ ਨੂੰ ਸਾਂਭਿਆ ਹੋਇਆ ਹੈ। ਤੇ ਹੋਰ ਜਿਹੜਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਸੋਚਿਆ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ, ਕਿਉਂਕਿ ਫਿਊਚਰ ਦੇ ਵਿੱਚ ਵੀ ਬੰਦੇ ਦੀ ਹੁਣ ਜੋ ਤੁਸੀਂ ਇੱਕ ਬਹੁਤ ਵੱਡੀ ਜਿਹੜੀ ਜੰਗ ਹੈਗੀ ਸਰੀਰਕ ਜੰਗ ਨੂੰ ਜਿੱਤ ਲਿਆ, ਤਾਂ ਹੁਣ ਅੱਗੇ ਕੀ ਕਰਨਾ ਚਾਹੁੰਦੇ ਹੋ ਜ਼ਿੰਦਗੀ 'ਚ? ਮੇਰਾ ਐਕਚੁਅਲੀ ਜ਼ਿਆਦਾ ਮੈਨੂੰ ਇਹ ਹੈ ਕਿ ਵਿਰਸੇ ਨੂੰ ਸੰਭਾਲ ਕੇ ਰੱਖਿਆ ਜਾਵੇ ਬਿਕੋਜ਼ ਡੇ ਬਾਏ ਡੇ ਨਾ ਚੀਜ਼ਾਂ ਖਤਮ ਹੋ ਰਹੀਆਂ। ਲੋਕ ਵੇਚ ਰਹੇ ਆ ਭਾਂਡੇ ਤੇ ਜਿਹੜਾ ਲੱਕੜ ਦਾ ਸਮਾਨ ਹੈ ਜਿਵੇਂ ਸੰਦੂਕ ਹੈ ਜਾਂ ਅਲਮਾਰੀਆਂ ਜਾਂ ਕੁਝ ਵੀ ਪੇਟੀਆਂ ਲੋਕ ਘਰੋਂ ਕੱਢ ਰਹੇ ਆ। ਕਈ ਦਾ ਨਾ ਸਿੱਟ ਰਹੇ ਲਿਟਰਲੀ। ਅਸੀਂ ਸੁਣਿਆ ਕਿ ਲੋਕ ਨਾ ਐਂ ਟਰਾਲੀਆਂ ਤੇ ਲੱਦ ਕੇ ਤੇ ਐਂ ਸਿੱਟ ਦਿੰਦੇ ਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਚੀਜ਼ ਕਿੰਨੀ ਇਹ ਬਿਊਟੀਫੁਲ ਚੀਜ਼ ਸੀਗੀ ਤੇ ਇਹਨੂੰ ਆਏ ਮਤਲਬ ਲੋਕਾਂ ਨੂੰ ਇੰਪੋਰਟੈਂਸ ਨਹੀਂ ਪਤਾ। ਪੈਸੇ ਨਾਲ ਨਹੀਂ ਚੀਜ਼ਾਂ ਖਰੀਦੀਆਂ ਜਾ ਸਕਦੀਆਂ। ਜੇਕਰ ਆਪਾਂ ਸਹੀ ਕਿ ਜਿਵੇਂ ਤੁਹਾਡੇ ਬ੍ਰਦਰ ਨੇ ਤੁਹਾਨੂੰ ਗਿਫਟ ਕਰਤਾ, ਜੇ ਆਪਾਂ ਸੋਚੀਏ ਜੇ ਅਸੀਂ ਕਿਤੇ ਬਾਜ਼ਾਰ ਚੋਂ ਖਰੀਦ ਕੇ ਲੈ ਆਈਏ ਇਹ ਚੀਜ਼ਾਂ ਨਹੀਂ ਮਿਲ ਸਕਦੀਆਂ। ਮਿਲਣੀ ਨਹੀਂ ਹੈ ਹੀ ਨਹੀਂ ਚੀਜ਼ਾਂ। ਹੁਣ ਜਿਵੇਂ ਮੈਂ ਰੱਥ ਲੱਭ ਰਹੀ ਹਾਂ ਵੀ ਰੱਥ ਮਿਲ ਜੇ। ਅੱਛਾ ਜੀ। ਮਿਲਦਾ ਹੀ ਨਹੀਂ ਹੈ। ਮਿਲਦਾ ਨਹੀਂ ਹੈ ਨਾ ਜੀ। ਹਾਂ ਤੇ ਮੇਰਾ ਐਕਚੁਅਲੀ ਮੇਰਾ ਮੇਨ ਮਕਸਦ ਚੀਜ਼ਾਂ ਦਾ ਸੀਗਾ ਮੈਂ ਤਾਂ ਦੇਖਿਆ ਨਹੀਂ ਜਾਂਦਾ ਵਿਰਸਾ ਰੁਲਦਾ। ਅੱਛਾ ਜੀ। ਮੈਂ ਕੋਸ਼ਿਸ਼ ਹੈ ਕਿ ਹਰ ਇੱਕ ਚੀਜ਼ ਨੂੰ ਮੈਂ ਸੰਭਾਲ ਲਾਂ। ਜੀ। ਮੇਰੇ ਕੋਲ ਪੇਟੀਆਂ ਵੀ ਹੈਗੀਆਂ 3-4। ਅੱਛਾ ਜੀ। ਤੇ ਜਦੋਂ ਮੈਂ ਹੈਰੀਟੇਜ ਵੀਕ ਮਨਾਉਂਗੀ ਤੁਹਾਨੂੰ ਵੀ ਬੁਲਾਉਂਗੀ ਤੇ ਉਦੋਂ ਫਿਰ ਸਾਰਾ ਕੁਝ ਅਸੀਂ ਜਿੰਨੇ ਵੀ ਘੱਗਰੇ ਆ, ਟੋਕਰੀਆਂ, ਪੱਖੀਆਂ ਤੇ ਆਪਣਾ ਕੀ ਕੁਝ ਤੁਹਾਨੂੰ ਮੈਂ ਗਿਣਾਵਾਂ, ਚਰਖੇ ਮੇਰੇ ਕੋਲ ਸਭ ਕੁਝ ਹੈ। ਫਿਰ ਅਸੀਂ ਡਿਸਪਲੇ ਕਰਦੇ ਹਾਂ ਆਪਣਾ ਸਮਾਨ। ਅੱਛਾ, ਮਤਲਬ ਆਪਾਂ ਨੂੰ ਕੋਈ ਲਾਲਚ ਤਾਂ ਹੈ ਨਹੀਂ, ਬਸ ਸ਼ੌਂਕ ਹੈਗਾ ਨਾ ਜਿਹਦੇ ਵਿਰਸੇ ਨਾਲ ਜੁੜਨ ਦਾ ਸ਼ੌਂਕ ਹੈਗਾ। ਐਡੇ ਵੱਡੇ ਸ਼ਹਿਰ 'ਚ ਜਿਵੇਂ ਕਹਿੰਦੇ ਨੇ ਪੱਥਰ ਦਾ ਦਿਲ ਬਣ ਜਾਂਦਾ ਲੋਕਾਂ ਦਾ, ਪਰ ਤੁਸੀਂ ਜੋ ਇੱਕ ਪੰਜਾਬ ਦੇ ਵਿਰਸੇ ਨੂੰ ਜਿਹੜਾ ਆਪਦੇ ਮਾਂ-ਪਿਓ ਦੇ ਆਪਦੇ ਜਿਵੇਂ ਦਾਦਿਆਂ ਪੜਦਾਦਿਆਂ ਦੀ ਚੀਜ਼ਾਂ ਨੂੰ ਸਾਂਭ ਕੇ ਰੱਖਣਾ, ਇਹ ਵੀ ਇੱਕ ਸ਼ੌਂਕ ਵੀ ਹੁੰਦਾ, ਇੱਕ ਜਜ਼ਬਾ ਵੀ ਹੁੰਦਾ ਬੰਦੇ ਦਾ। ਨਹੀਂ ਮੈਂ ਇਹਦੇ ਨਾਲ ਨਾ ਬੈਟਰ ਫੀਲ ਕਰਦੀ ਹਾਂ। ਸਗੋਂ ਜਿਵੇਂ ਮੈਨੂੰ ਸਪੋਰਟਸ ਨਾਲ ਖੁਸ਼ੀ ਮਿਲਦੀ ਹੈ ਮੈਨੂੰ ਇਹ ਚੀਜ਼ ਨਾਲ ਹੀ ਮਿਲਦੀ ਹੈ। ਜਿਵੇਂ ਮੈਨੂੰ ਪਿੱਛੇ ਜੇ ਮੇਰੇ ਮਦਰ ਨੇ ਮੈਨੂੰ ਕੋਈ 60 ਕੇਸ ਦਿੱਤੇ। ਅੱਛਾ ਜੀ। ਅਲੱਗ-ਅਲੱਗ ਤਰ੍ਹਾਂ ਦੇ। ਤੇ ਜਦੋਂ ਹੈਰੀਟੇਜ ਵੀਕ ਮਨਾਈ ਅਸੀਂ ਸਾਰੇ ਡਿਸਪਲੇ ਕੀਤੇ, ਸਾਰੇ ਡਿਜ਼ਾਈਨਸ, ਦਰੀਆਂ ਵੀ ਉਵੇਂ। ਅੱਛਾ ਜੀ। ਤੇ
ਕੋਈ ਚੀਜ਼ ਛੱਡੀ ਹੋਈ ਨਹੀਂ ਤੇ ਫਿਰ ਮੈਂ ਆਖਿਆ ਵੀ ਵਾਈ ਨਾਟ ਇਕੱਲੇ ਲਈ ਥੋੜੀ ਇਹ ਚੀਜ਼ਾਂ ਨੂੰ ਵੰਡਿਆ ਦਾ ਜਾ ਤੇ ਸਭ ਨੂੰ ਮੈਂ ਕਿਹਾ ਕਿ ਮੈਂ ਡਿਸਪਲੇ ਕਰ ਰਹੀ ਹਾਂ, ਜਿਹਨੂੰ ਸ਼ੌਕ ਹੈ ਆ ਕੇ ਦੇਖੋ, ਕਿਉਂਕਿ ਬਹੁਤੇ ਲੋਕਾਂ ਨੂੰ ਤਾਂ ਇਹ ਹੁੰਦਾ ਨਾ ਚੀਜ਼ ਨੂੰ ਅੰਦਰ ਦੱਬ ਲਓ, ਉਹਦਾ ਕੀ ਫਾਇਦਾ। ਮੈਨੂੰ ਹੁੰਦਾ ਵੀ ਸ਼ੇਅਰ ਕਰੋ, ਲੋ ਜਿਹਨੂੰ ਨਹੀਂ ਪਤਾ, ਬੱਚੇ ਵੀ ਖੁਸ਼ ਹੁੰਦੇ, ਉਹਨਾਂ ਨੂੰ ਪਤਾ ਲੱਗਦਾ। ਜੇ ਕੋਈ ਰਿਸਰਚ ਵਾਲਾ ਬੱਚਾ ਹੈ ਤਾਂ ਉਹ ਆ ਕੇ ਉਹਦਾ ਸਟੱਡੀ ਕਰੇ। ਤੁਹਾਡੇ ਘਰ ਦੇ ਵਿੱਚ ਕੋਈ ਆਉਂਦਾ ਹੋਣਾ ਜਦੋਂ ਆਹ ਚੀਜ਼ ਨੂੰ ਦੇਖਦਾ ਹੋਣਾ, ਜਿਹੜੇ ਅੱਜ ਦੇ ਬੱਚੇ ਹੈਗੇ ਨੇ ਜਿਨ੍ਹਾਂ ਨੇ ਇਹ ਚੀਜ਼ ਸੋਚੀ, ਉਹ ਤਾਂ ਇਹਨੂੰ ਫੋਟੋਆਂ ਕਰਾਉਣ ਵਾਸਤੇ ਸਪੈਸ਼ਲੀ ਤੁਹਾਡੇ ਤਾਂ ਰੁਕਦੇ ਹੋਣਗੇ ਇੱਥੇ ਕਈ ਵਾਰੀ। ਜਿੰਨੇ ਵੀ ਆਪਣੇ ਕੋਈ ਗੈਸਟ ਆਉਂਦੇ ਆ ਸਭ ਤੋਂ ਪਹਿਲਾਂ ਇੱਥੇ ਆ ਕੇ ਫੋਟੋਜ਼ ਕਲਿੱਕ ਕਰਦੇ ਆ, ਕਿਉਂਕਿ ਹੈ ਵੀ ਚੀਜ਼ ਵਧੀਆ। ਕਿਉਂਕਿ ਜਦੋਂ ਮੈਂ ਫਸਟ ਟਾਈਮ ਦੇਖੀ ਸੀ ਮੁਕਤਸਰ ਤੇ ਮੈਂ ਵੀ ਇਹਦੇ ਆਸੇ-ਪਾਸੇ ਗੇੜੇ ਕੱਢੀ ਜਾਂਦੀ ਸੀ ਵੀ ਹੈ ਕੀ, ਮੈਨੂੰ ਇੰਨਾ ਫੈਸੀਨੇਟ ਕੀਤਾ ਸੀ ਇਹਨੇ। ਬਿਲਕੁਲ ਚੀਜ਼ਾਂ ਹੀ ਜਿਹੀਆਂ ਨੇ, ਨਿੱਕੀ ਨਿੱਕੀ ਚੀਜ਼ ਵੇਖੋ ਕਿਹੜੇ ਸਮੇਂ ਦੀਆਂ ਲੱਗੀਆਂ ਹੋਈਆਂ ਨੇ ਚੀਜ਼ਾਂ। ਅੱਛਾ ਇਹ ਖੁੱਲਦਾ ਵੀ ਹੈ, ਆ ਦੇਖੋ ਅੰਦਰ ਪਿੱਤਲ। ਅੱਛਾ ਠੀਕ ਹੈ। ਉਹ ਸਾਰਾ ਜਿਹੜਾ ਇਹ ਵਰਕ ਵੀ ਸਾਰਾ ਜਿੰਨਾ ਵੀ ਦੇਖੋ ਪਿੱਤਲ ਹੀ ਪਿੱਤਲ ਜਿਹੜਾ ਸਾਰਾ ਲੱਗਿਆ ਹੋਇਆ ਚੀਜ਼। ਪੁਰਾਣੇ ਸਮੇਂ ਨਾਲ ਹਰ ਇੱਕ ਚੀਜ਼ ਨੂੰ ਪੈਸਾ ਨਹੀਂ ਸੋਚਿਆ ਨਾ ਸੀ, ਚੀਜ਼ ਨੂੰ ਭਾਰੀਆਂ ਚੀਜ਼ਾਂ ਹੁੰਦੀਆਂ ਸੀ, ਪਰ ਅੱਜ ਦੀ ਚੀਜ਼ਾਂ ਨਾਲ ਅਸੀਂ ਕੰਪੈਰੀਟਿਵ ਕਰੀਏ ਤਾਂ ਕੁਝ ਵੀ ਨਹੀਂ ਹੈਗਾ ਜੇਕਰ ਅਸੀਂ ਸਮਾਜ 'ਚ। ਭੁਪਿੰਦਰ ਜੀ ਇੱਕ ਸੁਨੇਹਾ ਕੀ ਹੈਗਾ, ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਨੂੰ ਹੌਸਲੇ ਨਾਲ ਜੀਣਾ ਚਾਹੀਦਾ ਹੈ। ਜ਼ਿੰਦਗੀ 'ਚ ਕਠਿਨਾਈਆਂ ਆਉਂਦੀਆਂ, ਤੁਸੀਂ ਏਡੇ ਵੱਡੇ ਰਾਈਟਰ ਵੀ ਹੈਗੇ ਹੋ, ਤੁਸੀਂ ਬੁੱਕ ਵੀ ਲਿਖ ਰਹੇ ਹੋ, ਤੇ ਕੀ ਮੈਸੇਜ ਕੀ ਹੈਗਾ ਦੇਸ਼ ਵਾਸੀਆਂ, ਸਾਡੇ ਪੰਜਾਬੀਆਂ ਨੂੰ ਖਾਸ ਕਰਕੇ? ਦੇਖੋ ਮੁਸੀਬਤ ਜਿਹੜੀ ਕੋਈ ਆਉਂਦੀ ਹੈ, ਇੱਕ ਪਾਰਟ ਐਂਡ ਪਾਰਸਲ ਆਫ ਲਾਈਫ ਹੈ ਜੀ ਤੇ ਇਹਦੀ ਪਰਵਾਹ ਨਹੀਂ ਕਰੀਦੀ। ਅੱਜ ਕੱਲ ਤਾਂ ਬਹੁਤ ਸਾਇੰਸ ਨੇ ਤਰੱਕੀ ਕਰ ਲਈ, ਕੋਈ ਚਾਹੇ ਬਿਮਾਰੀ ਆਉਂਦੀ ਹੈ ਕੁਛ ਆ ਉਹ 'ਚ ਨਿਕਲਿਆ ਜਾਂਦਾ ਹੈ, ਪਰ ਆਪਣੇ ਅੰਦਰ ਵੀ ਤਾਂ ਹੌਸਲਾ ਰੱਖੀਦਾ ਨਾ। ਇਹ ਨਹੀਂ ਨਾ ਕਿ ਜਿਵੇਂ ਆਪਣੇ ਕਹਿੰਦੇ ਪੰਜਾਬੀ 'ਚ ਢੇਰੀ ਢਾਹ ਕੇ ਬਹਿ ਜਾਓ, ਉਹ ਤਾਂ ਮੇਰੀ ਡਿਕਸ਼ਨਰੀ 'ਚ ਹੈ ਨਹੀਂ। ਤੇ ਮੈਂ ਦੇਖਿਆ ਵੀ ਤੁਹਾਡੇ ਅੰਦਰ ਹੀ ਹੈ ਵੀ ਤੁਸੀਂ ਕੀ ਕਰਨਾ ਚਾਹੁੰਦੇ। ਜੇ ਕੁਝ ਕਰਨਾ ਚਾਹੁੰਦੇ ਹੋ ਤਾਂ ਜਿਵੇਂ ਮੈਂ ਆਪਦੀ ਇਲਨੈਸਸ ਤੋਂ ਬਾਅਦ ਹੀ ਬਾਉਂਸ ਕੀਤਾ, ਚਾਹੇ ਮੈਂ ਰਾਈਟਰ ਬਣੀ, ਚਾਹੇ ਐਂਟੀ ਕਲੈਕਟਰ ਬਣੀ, ਦੁਬਾਰਾ ਸਪੋਰਟਸ ਪਰਸਨ ਬਣੀ, ਤੇ ਬਿਮਾਰੀਆਂ ਤੋਂ ਬਾਅਦ ਮੈਂ ਬਾਉਂਸ ਕੀਤਾ ਕਿ ਮੈਂ ਡਿੱਗਣਾ ਨਹੀਂ ਹੈ, ਮੈਂ ਐ ਬਾਉਂਸ ਕਰਨਾ ਲਾਈਕ ਏ ਬਾਲ। ਜਿਵੇਂ ਬਾਲ ਨੂੰ ਆਪਾਂ ਦੱਬ ਕੇ ਮਾਰੋ ਤੇ ਬੁੜਕਦੀ ਹੈ, ਮੈਂ ਕਿਹਾ ਆਪਾਂ ਉਵੇਂ ਕਰਨਾ ਹੈ। ਹੁਣ ਮੈਨੂੰ ਆਇਆ ਵੀ ਜੇ ਮੈਂ ਛੋਟੀ ਹੁੰਦੀ ਨਹੀਂ ਨੈਸ਼ਨਲ 'ਚ ਗਈ, ਹੁਣ ਮੈਂ ਜਾ ਵੀ ਆਈ, ਜਿੱਤ ਵੀ ਆਈ। ਜਜ਼ਬਾ ਵੇਖੋ, ਇਹ ਜਜ਼ਬਾ ਹੁੰਦਾ ਹੈ। ਜੇ ਪਿੰਦਰ ਵੀ ਉਸ ਸਮੇਂ ਕਹਿ ਦਿੰਦੀ ਨਹੀਂ ਜੀ ਹੁਣ ਨਹੀਂ, ਕਿਉਂਕਿ ਇੱਕ ਇਹ ਚੀਜ਼ ਜ਼ਰੂਰੀ ਅਸੀਂ ਦੇਖਿਆ, ਜਦੋਂ ਕੋਈ ਵੀ ਪੇਸ਼ੈਂਟ ਹੁੰਦਾ, ਜਦੋਂ ਉਹਨੂੰ ਪਤਾ ਚੱਲ ਜਾਂਦਾ ਮੈਂ ਤਾਂ ਜੀ, ਉਸ ਤੋਂ ਬਾਅਦ ਢੇਰੀ ਵੀ ਢਾਣਾ ਜਿਹੜੀ ਤੁਸੀਂ ਗੱਲ ਕੀਤੀ ਹੈ, ਪਰ ਹੌਸਲਾ ਹੀ ਹੈ ਸਾਰੇ ਕਿਤੇ। ਚਾਹੇ ਅਸੀਂ ਕਿਤੇ ਵੀ ਪੜ੍ਹਾਈ ਦੀ ਗੱਲ ਕਰੀਏ, ਪੜ੍ਹਾਈ 'ਚ ਅਸੀਂ ਚੰਗੇ ਨੰਬਰ ਲੈਣੇ ਤਾਂ ਉਹਦੇ 'ਚ ਹੌਸਲਾ ਰੱਖਣਾ ਪੈਂਦਾ, ਪੜ੍ਹਨਾ ਵੀ ਪੈਂਦਾ ਹੈ। ਮੇਰੇ ਐਕਚੁਅਲੀ ਨਾ ਮੈਂ ਆਪਦੀ ਸਟੱਡੀ ਵੀ ਕੀਤੀ ਸੀ ਕਿ ਵਾਈ ਮੇਰੇ ਅੰਦਰ ਇੱਕ ਇਹ ਚੀਜ਼ ਹੈ ਕਿ ਮੈਂ ਦੇਖਿਆ ਸਾਡੇ ਜੀਨਸ ਨਾ ਸਟਰੋਂਗ ਹੈ, ਚਾਹੇ ਨਾਨਕੇ ਵਾਲੇ ਪਾਸੇ ਦਾਦਕਿਆਂ ਵਾਲੇ ਪਾਸੇ, ਉਹ ਚੀਜ਼ ਮੇਰੀ ਆਈ ਹੋਈ ਹੈ ਐਜ਼ ਅ ਸਪੋਰਟਸ ਪਰਸਨ। ਮੇਰੇ ਨਾਨਾ ਜੀ ਵੀ ਸਪੋਰਟਸ ਪਰਸਨ ਸੀ, ਮੇਰੇ ਨਾਨੀ ਜੀ ਦੇ ਬ੍ਰਦਰ ਮਤਲਬ ਵੀ ਮਾਮਾ ਦੇ ਮਾਮਾ ਜੀ ਉਹ ਵੀ ਸਪੋਰਟਸ ਪਰਸਨ। ਫਰੀਦਕੋਟ ਪਿਛੋਕੜ ਤੁਹਾਡੀ ਬਠਿੰਡੇ ਤੋਂ ਹੈ ਸਾਰੀ? ਬਠਿੰਡੇ ਤੋਂ ਹੈ ਜੀ। ਤੇ ਮੈਂ ਬਠਿੰਡੇ ਵਾਲ ਤਾਂ ਵੈਸੇ ਹੀ ਬੜੇ ਸਟਰੋਂਗ ਹੁੰਦੇ ਨੇ, ਦਲੇਰ ਵੀ ਹੁੰਦੇ ਨੇ। ਫਾਦਰ ਤੋਂ ਆਇਆ ਮੇਰੇ, ਸਪੋਰਟਸ ਪਰਸਨ ਸੀ। ਉਹ ਚੀਜ਼ਾਂ ਮੈਂ ਸਾਰਾ ਦੇਖਦੀ ਨਾ, ਮੇਰੇ 'ਚ ਹੈ ਕਿਉਂ, ਵਾਈ ਇੰਟਰਸਟ ਹੈ, ਕਿਉਂਕਿ ਮੈਨੂੰ ਸ਼ੌਕ ਹੈ ਘੋਖਣ ਦਾ ਵੀ। ਇਹ ਚੀਜ਼ ਆਈ ਕਿੱਥੋਂ? ਇਹ ਸਾਰੇ ਮੇਰੇ ਆਪਣੇ ਜੀਨਸ 'ਚੋਂ ਆਇਆ। ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਅੱਜ ਆਪਦੇ ਕੀਮਤੀ ਸਮੇਂ 'ਚ ਕੱਢ ਕੇ। ਸੋ ਇਹ ਸੀ ਸਾਡੇ ਨਾਲ ਭੁਪਿੰਦਰ ਕੌਰ ਸੇਖੋਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਅਸਲੀ ਜੰਗ, ਜਿਹੜੀ ਸਰੀਰਕ ਜੰਗ ਨੂੰ ਜਿੱਤ ਕੇ ਉਸ ਤੋਂ ਬਾਅਦ ਅਜਿਹੀ ਆਪਦੇ ਸਰੀਰ ਦੀ ਆਪਣੇ ਸੰਭਾਲਿਆ ਤੇ ਤਰੱਕੀ ਕੀਤੀ, ਇੱਕ ਵੱਡੀ ਮਿਸਾਲ ਬਣੇ। ਅੱਜ ਟੀਵੀ ਚੈਨਲ ਦੀ ਗੱਲ ਕਰੀਏ, ਅਸੀਂ ਅਖਬਾਰਾਂ 'ਚ ਭੁਪਿੰਦਰ ਕੌਰ ਸੇਖੋਂ ਨੂੰ ਤੁਸੀਂ ਕਿਤੇ ਵੀ ਪੜ੍ਹ ਸਕਦੇ ਹੋ, ਕਿਉਂਕਿ ਦੂਸਰੇ ਪਾਸੇ ਜਿਹੜਾ ਵਿਰਸਾ ਹੈਗਾ, ਵਿਰਸੇ ਨੂੰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਵਿਰਸਾ ਹੈਗਾ ਸਾਡਾ ਬਹੁਤ ਹੀ ਰਿਚ ਵਿਰਸਾ ਸੀ। ਪੰਜਾਬ ਦੀ ਗੱਲ ਕਰੀਏ ਤਾਂ ਇਸ ਨੂੰ ਵਿਰਸੇ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ, ਚਾਹੇ ਅਸੀਂ ਜਿੰਨੇ ਮਰਜ਼ੀ ਮਾਡਰਨ ਹੋ ਜਾਈਏ, ਪਰ ਜਿਹੜਾ ਵਿਰਸਾ ਹੈਗਾ ਇਸ ਨੂੰ ਕਦੇ ਵੀ ਨਹੀਂ ਅਸੀਂ ਪਿੱਛੇ ਛੱਡ ਸਕਦੇ। ਤੇ ਅਸੀਂ ਲੋਕਾਂ ਤੱਕ ਵੀ ਇਹ ਸੁਨੇਹਾ ਭੁਪਿੰਦਰ ਕੌਰ ਸੇਖੋਂ, ਜਿਹੜੇ ਕਿ ਆਉਣ ਵਾਲੇ ਸਮੇਂ 'ਚ ਵੱਡੇ ਇਵੈਂਟਸ ਦੇ ਵਿੱਚ ਹਰ ਇੱਕ ਜਿਹੜਾ ਸਮਾਨ ਆਪਦਾ ਚਰਖੇ ਹੋ ਗਏ, ਚਾਹੇ ਜੋ ਵੀ ਵਿਰਸੇ ਚੀਜ਼ਾਂ ਹੈਗੀਆਂ ਨੇ, ਪ੍ਰਦਰਸ਼ਨੀ ਵਜੋਂ ਜ਼ਰੂਰ ਲੋਕਾਂ ਤੱਕ ਲੈ ਕੇ ਆਉਣਗੇ। ਸੋ ਅਜਿਹੀਆਂ ਕਹਾਣੀਆਂ ਦੇ ਨਾਲ ਤੁਹਾਨੂੰ ਅਸੀਂ ਹਮੇਸ਼ਾ ਰੂਬਰੂ ਕਰਾਉਂਦੇ ਰਹਾਂਗੇ। ਜੁੜੇ ਰਹੋ ਹਮਦਰਦ ਟੀਵੀ ਦੇ ਨਾਲ। ਕੈਮਰਾ ਪਰਸਨ ਅਭਿਸ਼ੇਕ ਦੇ ਨਾਲ ਸੰਦੀਪ ਕੰਬੋਜ, ਚੰਡੀਗੜ੍ਹ ਤੋਂ।